सर्व का प्रकाशक सत चित आनंद सच्चिदानंद सच्चे सतगुर की रहमत बख्शिश किरपा दे नाल अदुੱਤੀ ब्रह्म की प्राप्ति हुंदी है जी। मुकंद मुकंद जपो संसार। मुकंद दो शब्दां दे सुमेल तो बनिया है। मुक्त प्लस आनंद। ओ आनंद, ओ खुशी, ਉਹ ਸੁਖ ਜਿਹੜਾ ਮੁਕਤੀ ਤੋਂ ਪ੍ਰਾਪਤ ਹੁੰਦਾ ਹੈ। ਉਹ ਸੁਖ ਦੇਣ ਵਾਲਾ, ਮੁਕਤੀ ਦੇਣ ਵਾਲਾ ਪਰਮਾਤਮਾ ਹੈ। ਇਸ ਕਰਕੇ ਭਗਤ ਜੀ ਨੇ ਪ੍ਰੇਮ ਵਸ ਹੋ ਕੇ ਉਸ ਪ੍ਰਭੂ ਪਰਮਾਤਮਾ ਨੂੰ ਮੁਕੰਦ ਆਖਿਆ ਹੈ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਖੁਲਾਸਾ ਕਰਾਂਗਾ, ਕਿਉਂਕਿ ਇਸ ਪਾਵਨ ਸ਼ਬਦ ਦੇ ਅੰਦਰ ਤਕਰੀਬਨ ਸਾਰੀਆਂ ਤੁਕਾਂ ਦੇ ਵਿੱਚ ਹੀ ਮੁਕੰਦ ਸ਼ਬਦ ਆਇਆ ਹੈ। ਮੁਕੰਦ ਵਾਹਿਗੁਰੂ ਵਾਸਤੇ ਵਰਤਿਆ ਗਿਆ ਹੈ। ਮੁਕੰਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਆਨੰਦ ਪਲੱਸ ਮੁਕਤ। ਉਹ ਸਕੂਨ, ਉਹ ਆਨੰਦ, ਉਹ ਖੁਸ਼ੀ, ਉਹ ਸੁਖ ਜਿਹੜਾ ਮੁਕਤੀ ਪ੍ਰਾਪਤੀ ਦੇ ਨਾਲ ਮਿਲਦਾ ਹੈ। ਤੇ ਇਸ ਸੁਖ ਨੂੰ, ਇਸ ਆਨੰਦ ਨੂੰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਜਪੋ ਸੰਸਾਰ, ਹੇ ਸੰਸਾਰ ਵਾਸੀਓ, ਹੇ ਸੰਸਾਰੀ ਜੀਵ। ਭਗਤ ਰਵਿਦਾਸ ਜੀ ਪ੍ਰੇਰਨਾ ਦੇ ਰਹੇ ਹਨ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਰੀਏ। ਵਾਹਿਗੁਰੂ ਦੇ ਜਾਪ ਦੇ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੇ ਜਾਪ ਦੇ ਨਾਲ ਹੀ ਆਨੰਦ ਮਿਲਦਾ ਹੈ, ਅੰਦਰ ਸਕੂਨ ਮਿਲਦਾ ਹੈ ਜੀ। ਬਿਨ ਮੁਕੰਦ ਤਨ ਹੋਏ ਹਾਰ। ਜੇ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਕਰਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਇਹ ਸਰੀਰ ਹੈ ਜਿਹੜਾ, ਇਹ ਅਸੀਂ ਹਾਰ ਕੇ ਚਲੇ ਜਾਵਾਂਗੇ, ਇਹ ਨਾਸ ਹੋ ਜਾਏਗਾ। ਉਹ ਹਾਰ ਦਾ ਅਰਥ ਹੁੰਦਾ ਹੈ, ਹਾਰ ਨੂੰ ਅੱਡ ਕਰ ਦਿਓ, ਉਹ ਨੂੰ ਅੱਡ ਕਰ ਦਿਓ। ਉਹ ਦਾ ਅਰਥ ਹੈ ਮੈਂ, ਤੇ ਹਾਰ ਦਾ ਅਰਥ ਹੈ ਹਾਰ ਜਾਣਾ। ਭਾਵ ਆਪਣੇ ਆਪ ਨੂੰ ਆਪ ਹਰਾ ਕੇ ਇਸ ਦੁਨੀਆ ਤੋਂ ਚਲੇ ਜਾਣਾ, ਉਹ ਹਾਰ। ਭਗਤ ਰਵਿਦਾਸ ਜੀ ਪ੍ਰੇਰਨਾ ਦਿੰਦੇ ਨੇ, ਆਓ ਸਤ ਸੰਗਿਓ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਰੀਏ। ਉਸ ਵਾਹਿਗੁਰੂ ਦੇ ਜਾਪ ਦੇ ਨਾਲ ਸਾਨੂੰ ਮੁਕਤੀ ਵਾਲਾ ਆਨੰਦ ਸੁਖ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਸਾਡੇ ਅੰਦਰ ਸਕੂਨ ਬਣ ਜਾਂਦਾ ਹੈ। ਬਿਨ ਮੁਕੰਦ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਇਹ ਸਰੀਰ ਜਿਹੜਾ ਅਸੀਂ, ਜੋ ਸਾਨੂੰ ਪ੍ਰਾਪਤ ਹੋਇਆ ਹੈ, ਇਹਨੂੰ ਹਾਰ ਕੇ ਦੁਨੀਆ 'ਚੋਂ ਚਲੇ ਜਾਵਾਂਗੇ। ਧੰਨ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਦ੍ਰਿਸ਼ਟਾਂਤ ਪ੍ਰਾਪਤ ਨੇ, ਮਿਲਦੇ ਹਨ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਈ ਪ੍ਰਾਪਤ ਮਨੁੱਖ ਦੇਹੁਰੀਆ। ਹੇ ਗੁਰਮੁਖ ਪਿਆਰਿਆ, ਇਹ ਤੈਨੂੰ ਸਰੀਰ ਪ੍ਰਾਪਤ ਹੋਇਆ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਇਹ ਸਰੀਰ ਜਿਹੜਾ, ਇਹ ਤੈਨੂੰ ਇਸ ਵਾਸਤੇ ਮਿਲਿਆ, ਹੁਣ ਤੇਰੀ ਵਾਰੀ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦਾ ਹੈ। ਇਸੇ ਸਿਧਾਂਤ ਦੇ ਨਾਲ ਹੀ ਭਗਤ ਜੀ ਸਾਨੂੰ ਪ੍ਰੇਰਨਾ ਦਿੰਦੇ ਨੇ, ਬਿਨ ਮੁਕੰਦ ਤਨ ਹੋਏ ਉਹਾਰ। ਬਿਨਾਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ, ਸਿਮਰਨ ਤੋਂ ਅਸੀਂ ਆਪਣੇ ਇਸ ਸਰੀਰ ਨੂੰ ਹਾਰ ਕੇ ਚਲੇ ਜਾਵਾਂਗੇ ਜੀ। ਸੋਈ ਮੁਕੰਦ ਮੁਕਤ ਕਾ ਦਾਤਾ। ਹੁਣ ਇੱਥੇ ਕਈ ਵਾਰੀ ਸਾਡੇ ਅੰਦਰ ਖਿਆਲ ਆ ਜਾਂਦਾ, ਚਲੋ ਕਿਸੇ ਹੋਰ ਦੇਵੀ ਦੇਵਤੇ ਦੀ ਮਨੌਤ ਕਰ ਲੈਂਦੇ ਹਾਂ, ਕਿਸੇ ਦੇਵੀ ਦੇਵਤੇ ਨੂੰ ਮੰਨ ਲੈਂਦੇ ਹਾਂ, ਸ਼ਾਇਦ ਉਹਦੇ ਨਾਲ ਵੀ ਇਹ ਸਾਨੂੰ ਦਾਤ ਪ੍ਰਾਪਤ ਹੋ ਜਾਵੇ। ਭਗਤ ਜੀ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਨਹੀਂ ਹੋਏਗਾ। ਸੋਈ ਮੁਕੰਦ ਮੁਕਤ ਕਾ ਦਾਤਾ, ਕੇਵਲ ਤੇ ਕੇਵਲ ਇੱਕ ਹੀ। ਇੱਥੇ ਸੋਈ ਦਾ ਅਰਥ ਹੈ ਉਹੀ, ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਮੁਕੰਦ, ਉਸੇ ਨੂੰ ਅਸੀਂ ਮੁਕੰਦ ਆਖਿਆ। ਮੁਕਤ ਕਾ ਦਾਤਾ, ਤੇ ਉਹੀ ਸਾਨੂੰ ਮੁਕਤੀ ਦੇਣ ਵਾਲਾ ਹੈ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਦਾ। ਭਗਤ ਜੀ ਨੇ ਧੰਨ ਗੁਰਬਾਣੀ ਦੇ ਨਾਲ ਸਾਨੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨ ਦੇ ਲਈ ਪ੍ਰੇਰਨਾ ਦਿੱਤੀ ਹੈ, ਤੇ ਨਾਲ ਇਹ ਵੀ ਦੱਸਿਆ ਇਹ ਸਾਡਾ ਸਰੀਰ ਹੈ, ਬਿਨਾਂ ਬੰਦਗੀ ਤੋਂ ਇਹ ਸਰੀਰ ਜਿਹੜਾ ਅਸੀਂ ਹਾਰ ਕੇ ਚਲੇ ਜਾਵਾਂਗੇ।
ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਨੇ ਇਸ ਵਕਤ ਦੀ ਵਿਚਾਰ ਕਰ ਲਈ ਨਾ ਵੀ ਮੈਨੂੰ ਮਨੁੱਖਾ ਸਰੀਰ ਮਿਲਿਆ ਤੇ ਹੁਣ ਮੇਰਾ ਸਮਾਂ ਹੈ, ਇਹ ਮੇਰੇ ਪਾਸ ਵਕਤ ਹੈ ਬੰਦਗੀ ਕਰਨ ਦਾ, ਗੁਰਬਾਣੀ ਉਸ ਨੂੰ ਬੰਦਿਆਂ ਦੀ ਗਿਣਤੀ ਦੇ ਵਿੱਚ ਲੈ ਕੇ ਆਉਂਦੀ ਹੈ, ਉਸ ਨੂੰ ਬੰਦਾ ਗਿਣਦੀ ਹੈ। ਬਿਨ ਮੁਕੰਦ ਤਨ ਹੋਏ ਆਹਾਰ। ਜੇ ਅਸੀਂ ਵਕਤ ਦੀ ਵਿਚਾਰ ਨਹੀਂ ਕੀਤੀ, ਸਮੇਂ ਨੂੰ ਨਹੀਂ ਵਿਚਾਰਿਆ, ਬੰਦਗੀ ਭਜਨ ਸਿਮਰਨ ਨਹੀਂ ਕੀਤਾ, ਤੇ ਫਿਰ ਇਹ ਸਰੀਰ ਅਸੀਂ ਹਾਰ ਕੇ ਚਲੇ ਜਾਵਾਂਗੇ। ਸੋਈ ਮੁਕੰਦ। ਹੁਣ ਕਿਤੇ ਖਿਆਲ ਇਹ ਨਾ ਬਣ ਜਾਵੇ ਵੀ ਮੈਂ ਕਿਤੇ ਸ਼ਿਵ ਜੀ ਦਾ, ਵਿਸ਼ਨੂੰ ਦਾ ਜਾਂ ਬ੍ਰਹਮੇ ਹੋਰ ਕਿਸੇ, ਜਿਵੇਂ ਕੱਲ ਪ੍ਰਸੰਗ ਆਏ ਸਨ ਕਈ, ਉਹਨਾਂ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਵੀ ਕਿਸੇ ਹੋਰ ਦੀ ਪੂਜਾ ਕਰਦਾ ਹੈ ਉਹ ਫਿਰ ਉਸ ਦੀ ਸਵਾਰੀ ਤਾਂ ਬਣ ਸਕਦਾ ਹੈ, ਪਰ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਜਿਹੜਾ ਆਨੰਦ ਹੈ, ਮੁਕਤੀ ਵਾਲੀ ਜਿਹੜੀ ਦਾਤ ਹੈ, ਉਹ ਨਹੀਂ ਪ੍ਰਾਪਤ ਹੋ ਸਕਦੀ। ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ। ਜਿਹੜਾ ਸ਼ਿਵ ਜੀ ਕਰਦਾ ਨਾ, ਡੋਰੂ ਚੜੇ ਡੋਰੂ ਡਮਕਾਵੇ। ਤੇ ਫਿਰ ਸਾਨੂੰ ਦੱਸਿਆ ਸੀ ਵੀ ਉਹ ਬਲਦ ਦੀ ਸਵਾਰੀ ਕਰੇਗਾ, ਬਲਦ ਚੜੇ ਡੋਰੂ ਡਮਕਾਵੇ, ਉਹ ਬਲਦ ਦੀ ਸਵਾਰੀ ਕਰੇਗਾ ਤੇ ਡਮਰੂ ਵਜਾਏਗਾ, ਭਾਵ ਉਹਨੂੰ ਸਵਾਰ ਬਣਨਾ ਪਏਗਾ ਸ਼ਿਵ ਜੀ ਦਾ, ਬਲਦ ਦੀ ਜੂਨ ਮਿਲੇਗੀ ਉਸ ਨੂੰ। ਤਾਂ ਕਰਕੇ ਭਗਤ ਜੀ ਨੇ ਸਾਨੂੰ ਨਾਲ ਦੀ ਨਾਲ ਸੰਬੋਧਿਤ ਕਰ ਦਿੱਤਾ, ਸੋਈ ਮੁਕੰਦ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਅਸੀਂ ਮੁਕੰਦ ਆਖੀਏ, ਮੁਕਤ ਕਾ ਦਾਤਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਨੂੰ ਮੁਕਤੀ ਦੇਣ ਵਾਲਾ ਹੈ ਜੀ। ਸੋਈ ਮੁਕੰਦ ਹਮਰਾ ਬਿਦ ਮਾਤਾ। ਅੱਗੇ ਭਗਤ ਰਵਿਦਾਸ ਜੀ ਦੱਸਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਅਸੀਂ ਆਪਣਾ ਮਾਤਾ ਤੇ ਪਿਤਾ ਆਖੀਏ। ਉਹੀ ਸਾਡੇ ਮਾਤਾ ਪਿਤਾ ਨੇ, ਉਹੀ ਸਾਨੂੰ ਮੁਕਤੀ ਦੇਣ ਵਾਲਾ ਹੈ, ਉਸ ਦਾ ਹੀ ਅਸੀਂ ਜਾਪ ਕਰਦੇ ਰਹਿੰਦੇ ਹਾਂ ਜੀ। ਜੀਵਤ ਮੁਕੰਦੇ ਮਰਤ ਮੁਕੰਦੇ। ਅੱਗੇ ਰਾਉ ਵਾਲੀਆਂ ਤੁਕਾਂ ਦੇ ਵਿੱਚ ਭਗਤ ਜੀ ਦੱਸਦੇ ਨੇ, ਜੀਵਤ ਮੁਕੰਦੇ। ਜਦੋਂ ਅਸੀਂ ਜਿਉਂਦੇ ਹੁੰਦੇ ਹਾਂ ਇਸ ਸਰੀਰ ਕਰਕੇ, ਉਦੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ, ਇਸ ਜੀਵਨ ਦੇ ਵਿੱਚ ਸਾਨੂੰ ਸੁੱਖ ਬਣਾਈ ਰੱਖਦਾ ਹੈ। ਮਰਤ ਮੁਕੰਦੇ। ਤੇ ਫਿਰ ਜਦੋਂ ਇਸ ਦੁਨੀਆ ਤੋਂ ਸਰੀਰ ਛੱਡ ਕੇ ਚਲੇ ਜਾਈਦਾ, ਉਦੋਂ ਵੀ ਸਾਡਾ ਸਹਾਰਾ ਹੁੰਦਾ ਹੈ, ਸਾਡੇ ਅੰਗ ਸੰਗ ਹੁੰਦਾ ਹੈ, ਸਾਨੂੰ ਉਦੋਂ ਵੀ ਇਹ ਪਰਮਾਤਮਾ ਵਾਹਿਗੁਰੂ ਬਖਸ਼ ਲੈਂਦਾ ਹੈ। ਇਤਨਾ ਮਹਾਨ ਨਾਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਸ ਦਾ ਸਿਮਰਨ ਕਰਨ ਦੇ ਨਾਲ ਇਹ ਜੀਵਨ ਹੈ ਜਿਹੜਾ, ਇਹਦੇ ਵਿੱਚ ਵੀ ਸੁੱਖ ਬਣਿਆ ਰਹਿੰਦਾ ਹੈ। ਸਰੀਰ ਛੱਡਣ ਤੋਂ ਉਪਰੰਤ ਵੀ ਵਾਹਿਗੁਰੂ ਕਿਰਪਾ ਕਰਦਾ ਹੈ, ਸਾਨੂੰ ਅੱਗੇ ਸੁੱਖ ਮਿਲਦਾ ਹੈ। ਸੱਜਣ ਸਹੀ ਮੈਂ ਚਲਦਿਆਂ ਨਾਲ ਚਲਨ। ਧੰਨ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਆਖਿਆ ਸੀ, ਉਹ ਸੱਜਣ ਬਣ ਤੇ ਉਸ ਪਰਮਾਤਮਾ ਨੂੰ ਆਪਣਾ ਸੱਜਣ ਬਣਾ। ਜਦੋਂ ਤੂੰ ਦੁਨੀਆ ਤੋਂ ਚੱਲੇਗਾ ਨਾ, ਉਹ ਤੇਰੇ ਨਾਲ ਤੁਰੇ, ਤੈਨੂੰ ਸੁੱਖ ਦੇਵੇ। ਉਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਜੀਵਤ ਮੁਕੰਦੇ। ਹੁਣ ਸਾਨੂੰ ਜੀਵਨ ਮਿਲਿਆ ਹੋਇਆ ਹੈ, ਹੁਣ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵਸ ਕੇ ਸਾਨੂੰ ਆਨੰਦ ਤੇ ਸਕੂਨ ਦੇ ਰਿਹਾ। ਮਰਤ ਮੁਕੰਦੇ। ਤੇ ਜਦੋਂ ਭਾਈ ਸਰੀਰ ਛੱਡਾਂਗੇ, ਉਦੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਮਦਦਗਾਰ ਹੋਵੇਗਾ ਜੀ। ਆਕੇ ਸੇਵਕ ਕੋ ਸਦਾ ਆਨੰਦੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ, ਲੋਕ ਤੇ ਪਰਲੋਕ ਦੇ ਵਿੱਚ ਸਦੀਵੀ ਆਨੰਦ ਦੇ ਵਿੱਚ ਰਹਿੰਦਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਗਿਆ, ਉਹਨੂੰ ਲੋਕ ਪਰਲੋਕ ਦੇ ਵਿੱਚ ਸੁੱਖ ਮਿਲਦਾ ਹੈ। ਜਿਉਂਦੇ ਜੀ ਤੇ ਸਰੀਰ ਛੱਡਣ ਤੋਂ ਉਪਰੰਤ ਵੀ ਆਨੰਦ ਹੀ ਵੱਜਦਾ ਹੈ ਜੀ। ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਣ। ਮਨੁੱਖ ਨੂੰ ਆਪਣੇ ਪ੍ਰਾਣ ਨੇ ਜਿਹੜੇ, ਇਹ ਬੜੇ ਪਿਆਰੇ ਲੱਗਦੇ ਨੇ, ਪਰ ਭਗਤ ਜੀ ਵਿਸ਼ਰਾਮ ਲਾ ਕੇ ਅੱਗੇ ਦੱਸਦੇ ਨੇ ਕਿ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹੜਾ, ਉਹ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਲੱਗਦਾ ਹੈ। ਮੁਕੰਦ ਮੁਕੰਦ ਹਮਾਰੇ ਪ੍ਰਾਣੰ। ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਅਸੀਂ ਉਹਦਾ ਸਿਮਰਨ ਕਰਦੇ ਰਹਿੰਦੇ ਹਾਂ, ਵਾਹਿਗੁਰੂ ਵਾਹਿਗੁਰੂ ਆਖਦੇ ਰਹਿੰਦੇ ਹਾਂ, ਕਿਉਂਕਿ ਉਹ ਸਾਨੂੰ ਸਾਡੇ ਪ੍ਰਾਣਾਂ ਤੋਂ ਵੀ ਪਿਆਰਾ ਹੈ। ਤੇ ਦੂਸਰਾ ਇਸ ਦਾ ਅਰਥ ਇਹ ਵੀ ਸਮਝ ਲੈਣਾ ਹੈ, ਭਗਤ ਜੀ ਕਹਿੰਦੇ ਨੇ ਅਸੀਂ ਤਾਂ ਆਪਣੇ ਪ੍ਰਾਣਾਂ ਦੇ ਵਿੱਚ ਉਸ ਵਾਹਿਗੁਰੂ ਨੂੰ ਵਸਾਇਆ ਹੋਇਆ। ਮੁਕੰਦ ਮੁਕੰਦ ਦੋ ਵਾਰੀ ਆਇਆ ਹੈ ਵਾਹਿਗੁਰੂ ਵਾਹਿਗੁਰੂ।
ਜਦੋਂ ਸਵਾਸ ਲਈਦਾ ਹੈ, ਸਵਾਸ ਅੰਦਰ ਜਾਂਦਾ ਹੈ, ਉਦੋਂ ਵੀ ਵਾਹਿਗੁਰੂ ਆਖੀਦਾ ਹੈ। ਜਦੋਂ ਸਵਾਸ ਬਾਹਰ ਆਉਂਦਾ ਹੈ, ਉਦੋਂ ਵੀ ਅਸੀਂ ਵਾਹਿਗੁਰੂ ਆਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਪ੍ਰਾਣਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਸਾਇਆ ਹੋਇਆ ਹੈ ਜੀ। ਜਪ ਮੁਕੰਦ ਮਸਤਕ ਨੀਸਾਨੰ। ਜਿਵੇਂ ਕੋਈ ਕਾਗਜ਼ ਹੋਵੇ ਤੇ ਉਸ ਕਾਗਜ਼ ਦੇ ਉੱਤੇ ਮੋਹਰ ਲੱਗ ਜਾਵੇ ਨਾ, ਫਿਰ ਉਹ ਕਾਗਜ਼ ਪੱਕਾ ਹੋ ਜਾਂਦਾ ਹੈ, ਉਹ ਲਿਖਤ ਨੂੰ ਪੱਕਿਆ ਮੰਨਿਆ ਜਾਂਦਾ ਹੈ। ਆਪਾਂ ਕੁਝ ਲਿਖਵਾ ਲੈਂਦੇ ਆ, ਲਿਖਤ ਹੋ ਜਾਂਦੀ ਏ, ਉਹਦੇ ਤੇ ਸਰਪੰਚ ਦੀ ਮੋਹਰ ਸਾਈਨ ਹੋ ਜਾਣ ਤੇ ਉਹ ਫਿਰ ਲਿਖਤ ਪੱਕੀ ਮੰਨੀ ਜਾਂਦੀ ਏ, ਉਹਦੀ ਮਾਨਤਾ ਬਣ ਜਾਂਦੀ ਏ। ਉਸੇ ਤਰ੍ਹਾਂ ਜਪ ਮੁਕੰਦ, ਜਦੋਂ ਅਸੀਂ ਵਾਹਿਗੁਰੂ ਦਾ ਜਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਤੇ ਸਾਡੇ ਮੱਥੇ ਤੇ ਵੀ ਉਸ ਪਰਮਾਤਮਾ ਦੇ ਨਾਮ ਦੀ ਮੋਹਰ ਲੱਗ ਜਾਂਦੀ ਏ। ਮਸਤਕ ਨਿਸ਼ਾਨੰ, ਨਿਸ਼ਾਨ ਦਾ ਅਰਥ ਹੁੰਦਾ ਹੈ ਚਿੰਨ੍ਹ, ਨਿਸ਼ਾਨ ਦਾ ਅਰਥ ਹੁੰਦਾ ਹੈ ਮੋਹਰ, ਨਿਸ਼ਾਨ ਦਾ ਅਰਥ ਹੁੰਦਾ ਹੈ ਨਿਸ਼ਾਨੀ, ਨਿਸ਼ਾਨ ਦਾ ਅਰਥ ਹੁੰਦਾ ਹੈ ਟਿਕਟ। ਇਹ ਨਿਸ਼ਾਨ ਦੇ ਕਈ ਅਰਥ ਨੇ। ਨਿਸ਼ਾਨ ਤੋਂ ਨਿਸ਼ਾਨ ਸਾਹਿਬ ਬਣਿਆ ਹੈ, ਇਹ ਨਿਸ਼ਾਨੀ ਹੈ ਗੁਰੂ ਘਰ ਦੀ, ਇਹ ਖਾਲਸਾ ਪੰਥ ਦੀ ਨਿਸ਼ਾਨੀ ਹੈ ਵੀ ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਦਾ ਅਸਥਾਨ ਹੈ। ਨਿਸ਼ਾਨ ਦਾ ਅਰਥ ਟਿਕਟ ਵੀ ਹੈ, ਨਿਸ਼ਾਨ ਦਾ ਅਰਥ ਮੋਹਰ ਵੀ ਹੈ। ਜਿਹੜੇ ਗੁਰੂ ਸਵਾਰੇ ਵਾਹਿਗੁਰੂ ਦਾ ਜਾਪ ਕਰਦੇ ਨੇ, ਸਿਮਰਨ ਕਰਦੇ ਨੇ, ਗੁਰੂ ਕਿਰਪਾ ਕਰਦਾ, ਉਹਨਾਂ ਦੇ ਮੱਥੇ ਤੇ ਨਾਮ ਦੀ ਮੋਹਰ ਲੱਗ ਜਾਂਦੀ ਹੈ ਜੀ। ਸੇਵ ਮੁਕੰਦੇ ਕਰੈ ਬੈਰਾਗੀ। ਸੇਵ ਮੁਕੰਦ, ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਾਂ, ਫਿਰ ਗੁਰੂ ਕਿਰਪਾ ਕਰਦਾ, ਸਾਨੂੰ ਸੰਸਾਰ ਦੇ ਅੰਦਰੋਂ, ਸੰਸਾਰ ਦੇ ਵੱਲੋਂ ਵਿਰਾਗੀ ਕਰ ਦਿੰਦਾ। ਸਾਡੇ ਮਨ ਦੇ ਵਿੱਚ ਸੰਸਾਰ ਦਾ ਵਿਰਾਗ ਆ ਜਾਂਦਾ ਹੈ। ਬਿਨ ਵਿਰਾਗ ਨਾ ਛੂਟ ਸਮਾਇਆ। ਜਦੋਂ ਤੱਕ ਮਨੁੱਖ ਨੂੰ ਵਿਰਾਗ ਨਾ ਆਵੇ, ਉਦੋਂ ਤੱਕ ਇਹ ਮਾਇਆ ਤੋਂ ਨਹੀਂ ਛੁੱਟ ਸਕਦਾ। ਮਨੁੱਖ ਜਿਹੜਾ ਇਹ ਮਾਇਆ ਤੋਂ ਉਦੋਂ ਹੀ ਛੁੱਟੇਗਾ, ਇਸ ਦੇ ਅੰਦਰੋਂ ਮਾਇਆ ਦਾ ਲੋਭ ਮੋਹ ਜਿਹੜਾ ਹੈ ਉਦੋਂ ਹੀ ਜਾਏਗਾ ਜਦੋਂ ਇਹਦੇ ਅੰਦਰ ਵਿਰਾਗ ਆ ਜਾਵੇ। ਤੇ ਵਿਰਾਗ ਹੈ ਜਿਹੜਾ ਇਹ ਉਦੋਂ ਆਉਂਦਾ ਹੈ ਜਦੋਂ ਮਨੁੱਖ ਦੇ ਅੰਦਰ ਇਹ ਗਿਆਨ ਸੋਝੀ ਆ ਜਾਵੇ ਵੀ ਮੇਰਾ ਇਸ ਦੁਨੀਆ ਦੇ ਅੰਦਰ ਕੋਈ ਵੀ ਨਹੀਂ। ਜਦੋਂ ਕੋਈ ਵੀ ਨਹੀਂ ਤੇ ਫਿਰ ਲਾਲਚ ਕਿਹਦੇ ਲਈ ਕਰਨਾ ਹੈ, ਫਿਰ ਜੋੜਨਾ ਕਿਹਦੇ ਲਈ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦੇ ਅੰਦਰ ਵਿਰਾਗ ਆ ਜਾਂਦਾ ਹੈ ਤੇ ਵਿਰਾਗ ਦੇ ਨਾਲ ਫਿਰ ਉਹਦਾ ਮਨ ਹੈ ਜਿਹੜਾ ਉਹ ਮਾਇਆ ਨੂੰ ਛੱਡਦਾ, ਨਹੀਂ ਤਾਂ ਮਾਇਆ ਨੂੰ ਨਹੀਂ ਛੱਡਦਾ। ਸੇਵ ਮੁਕੰਦ ਕਰੇ ਬੈਰਾਗੀ, ਇਹ ਵੱਡੀ ਦਾਤ ਹੈ। ਸੰਸਾਰ ਦੇ ਵੱਲੋਂ ਵਿਰਾਗੀ ਹੋ ਜਾਣਾ, ਸੰਸਾਰ ਦੇ ਵੱਲੋਂ ਤਿਆਗੀ ਹੋ ਜਾਣਾ, ਸੰਸਾਰ ਨੂੰ ਆਪਣੇ ਪਿੱਛੇ ਪਾ ਦੇਣਾ ਬਈ ਹੁਣ ਸੰਸਾਰ ਹੈ ਜਿਹੜਾ, ਇਹਦੇ ਨਾਲ ਮੇਰਾ ਕੋਈ ਲਗਾ ਤਗਾ ਨਹੀਂ। ਜਪ ਮੁਕੰਦ ਮਸਤਕ ਨਿਸ਼ਾਨ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਨਾਮ ਜਪੀਦਾ ਤੇ ਮੱਥੇ ਤੇ ਮੋਹਰ ਲੱਗ ਜਾਂਦੀ ਹੈ। ਸੇਵ ਮੁਕੰਦ ਕਰੇ ਬੈਰਾਗੀ, ਸੇਵਾ ਕਰਦੇ ਆ ਭਾਵ ਸਿਮਰਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਦਾ, ਕਰੇ ਬੈਰਾਗੀ ਤੇ ਗੁਰੂ ਕਿਰਪਾ ਕਰਦਾ ਹੈ, ਵਿਰਾਗੀਆਂ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ ਜੀ। ਮੁਕੰਦ ਦੁਰਬਲ ਤਨ ਲਾਦੀ। ਜਦੋਂ ਸੰਸਾਰ ਦੇ ਵੱਲੋਂ ਵਿਰਾਗ ਆ ਗਿਆ ਤੇ ਫਿਰ ਇਹ ਸੱਚਾ ਧਨ ਹੈ। ਸੋਈ ਮੁਕੰਦ ਦੁਰਬਲ, ਦੁਰਬਲ ਦਾ ਅਰਥ ਹੁੰਦਾ ਬੜੀ ਮੁਸ਼ਕਲ ਦੇ ਨਾਲ ਮਿਲਣ ਵਾਲਾ। ਧਨ ਲਾਦੀ, ਜਿਹੜੇ ਗੁਰਮੁਖ ਪਿਆਰੇ ਸੰਸਾਰ ਦੇ ਵੱਲੋਂ ਵਿਰਾਗੀ ਹੋ ਜਾਂਦੇ ਨੇ, ਫਿਰ ਗੁਰੂ ਕਿਰਪਾ ਕਰਦਾ, ਨਾਮ ਜਪ ਜਪ ਕੇ ਉਹ ਪ੍ਰਭੂ ਪਰਮਾਤਮਾ ਦਾ ਨਾਮ ਧਨ ਨੇ ਜਿਹੜਾ ਬੜਾ ਅਮੁੱਲ ਕੇ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੁੰਦਾ ਹੈ, ਇਸ ਨੂੰ ਲੱਭ ਲੈਂਦੇ ਹਨ ਜੀ। ਏਕ ਮੁਕੰਦ ਕਰੈ ਉਪਕਾਰ। ਅੱਗੇ ਤੀਸਰੀ ਪੌੜੀ ਦੇ ਵਿੱਚ ਦੱਸਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਹੈ ਜਿਸ ਦੇ ਨਾਲ ਸਾਡਾ ਭਲਾ ਹੋ ਸਕਦਾ ਹੈ। ਏਕ ਮੁਕੰਦ, ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਸਿਮਰਨ ਕਰਨ ਦੇ ਨਾਲ ਕਰੇ ਉਪਕਾਰ, ਉਹ ਸਾਡੇ ਤੇ ਸਭ ਤੋਂ ਵੱਡਾ ਉਪਕਾਰ ਹੁੰਦਾ ਹੈ। ਅਸੀਂ ਆਪਣੇ ਸਰੀਰ ਦਾ ਵੀ ਭਲਾ ਕਰਦੇ ਹਾਂ ਜਦੋਂ ਵਾਹਿਗੁਰੂ ਜਪਦੇ ਹਾਂ ਨਾ। ਏਕ ਮੁਕੰਦ ਕਰੇ ਉਪਕਾਰ, ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੇ ਸਰੀਰ ਦਾ ਭਲਾ ਕਰ ਜਾਈਏ, ਸਰੀਰ ਦਾ ਪਰਉਪਕਾਰ ਕਰੀਏ, ਤੇ ਫਿਰ ਇਸ ਸਰੀਰ ਦੇ ਨਾਲ ਨਾਮ ਜਪਣਾ ਕਰੀਏ, ਸਿਮਰਨ ਕਰਨਾ ਕਰੀਏ। ਜਦੋਂ ਇਸ ਸਰੀਰ ਦੇ ਨਾਲ ਅਸੀਂ ਨਾਮ ਜਪਾਂਗੇ, ਭਲਾ ਹੋਵੇਗਾ, ਉਦੋਂ ਸਾਡਾ ਜੀ ਹਮਰਾ ਕਾ ਕਰੈ ਸੰਸਾਰ। ਇਹ ਦੋ ਤੁਕਾਂ ਦੇ ਅੰਦਰ ਭਗਤ ਜੀ ਨੇ ਨਾ ਅਸਲ ਵਿੱਚ ਆਪਣੀ ਹੱਡ ਬੀਤੀ ਹੈ ਜਿਹੜੀ ਉਹਨੂੰ ਬਿਆਨ ਕੀਤਾ। ਏਕ ਮੁਕੰਦ, ਭਗਤ ਜੀ ਕਹਿੰਦੇ ਨੇ ਸਾਡਾ ਇੱਕ ਅਕਾਲ ਪੁਰਖ ਵਾਹਿਗੁਰੂ ਹੋ ਗਿਆ ਹੈ ਕਰੇ ਉਪਕਾਰ, ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਭਲਾ ਕਰਨ ਵਾਲਾ ਹੈ। ਹਮਰਾ
ਕਹਾ ਕਰੇ ਸੰਸਾਰ ਤੇ ਇਹ ਸੰਸਾਰੀ ਹੁਣ ਸਾਡਾ ਕੀ ਕਰ ਸਕਦੇ ਨੇ? ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਭਗਤ ਕਬੀਰ ਜੀ ਦੇ ਜੀਵਨ ਦੇ ਵਿੱਚ ਆਪਾਂ ਪਿੱਛੇ ਕਈ ਪ੍ਰਸੰਗ ਪੜ੍ਹੇ ਨੇ, ਸ਼ਬਦਾਂ ਦੁਆਰਾ ਭਗਤ ਕਬੀਰ ਜੀ ਨੇ ਸਾਨੂੰ ਦੱਸਿਆ ਨਾ ਵੀ ਇਸ ਤਰ੍ਹਾਂ ਆਣ ਕੇ ਸਾਨੂੰ ਬ੍ਰਾਹਮਣ ਮਲਾਣੇ ਤੇ ਬਾਦਸ਼ਾਹ ਸੀ ਜਿਹੜਾ ਉਹ ਤੰਗ ਦੁਖੀ ਕਰਿਆ ਕਰਦਾ ਸੀ। ਉਸੇ ਤਰ੍ਹਾਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਵੀ ਇਹਨਾਂ ਨੂੰ ਬੜੀਆਂ ਚੋਭਾਂ ਮਿਲੀਆਂ ਨੇ। ਜਦੋਂ ਇਸ ਤਰ੍ਹਾਂ ਸਮਾਜ ਤੰਗ ਕਰਦਾ, ਸਮਾਜ ਦੁਖੀ ਕਰਦਾ ਤੇ ਫਿਰ ਜਿਸ ਦੇ ਲੜ ਲੱਗੇ ਹੋਈਦਾ ਉਸੇ ਦਾ ਹੀ ਆਸਰਾ ਤੱਕਿਆ ਜਾਂਦਾ ਹੈ। ਏਕ ਮੁਕੰਦ, ਹੁਣ ਭਗਤ ਜੀ ਕਹਿੰਦੇ ਨੇ ਸਾਡਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਅਸੀਂ ਉਸੇ ਦਾ ਆਸਰਾ ਤੱਕਿਆ, ਕਰੇ ਉਪਕਾਰ ਉਹੀ ਹੁਣ ਸਾਡਾ ਭਲਾ ਕਰੇਗਾ। ਹਮਰਾ ਕਹਾ ਕਰੇ ਸੰਸਾਰ ਤੇ ਇਹ ਸੰਸਾਰ ਹੈ ਜਿਹੜਾ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਹੈ ਜੀ। ਮਿੱਟੀ ਜਾਤ ਹੋਏ ਦਰਬਾਰ, ਅਸੀਂ ਜਾਤ ਪਾਤ ਵਾਲਾ ਜਿਹੜਾ ਭੇਦ ਭਾਵ ਹੈ ਇਹ ਖਤਮ ਕਰ ਦਿੱਤਾ ਹੈ ਤੇ ਉਹ ਸੱਚੇ ਸਤਿਗੁਰ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਏ ਆ, ਉਸ ਦੇ ਦਰਬਾਰੀ ਬਣ ਗਿਆ। ਅਸਲ ਵਿੱਚ ਉਸ ਦੇ ਦਰਬਾਰ ਦੇ ਵਿੱਚ ਪਹੁੰਚਦੇ ਹੋਏ ਜਿਹੜਾ ਜਾਤ ਪਾਤ ਦੇ ਭੇਦ ਭਾਵ ਤੋਂ, ਇਸ ਹੰਕਾਰ ਤੋਂ ਰਹਿਤ ਹੋ ਜਾਵੇ। ਜਦੋਂ ਤੱਕ ਸਾਡੇ ਅੰਦਰ ਜਾਤਾਂ ਪਾਤਾਂ ਦਾ ਜਾਂ ਹੋਰ ਕਿਸੇ ਪ੍ਰਕਾਰ ਦਾ ਹੰਕਾਰ ਹੈ ਉਦੋਂ ਤੱਕ ਉਸ ਦਾ ਦਰਬਾਰ ਹੈ ਜਿਹੜਾ ਉਹ ਨਸੀਬ ਨਹੀਂ ਹੁੰਦਾ। ਮੇਟੀ ਜਾਤ, ਭਗਤ ਜੀ ਕਹਿੰਦੇ ਨੇ ਅਸੀਂ ਅੰਦਰੋਂ ਜਾਤ ਵਾਲੀ ਜਿਹੜੀ ਲੇਸ ਪੇਸ ਹੈ ਇਹ ਖਤਮ ਕਰ ਦਿੱਤੀ ਹੈ। ਹੋਏ ਦਰਬਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਏ। ਹਾਂਜੀ, ਤੁਹੀ ਮੁਕੰਦ ਜੋਗ ਜਗਤਾਰ, ਇਹ ਵਾਹਿਗੁਰੂ ਜੀ ਤੁਸੀਂ ਹੋ ਸਾਨੂੰ ਆਪਣੇ ਨਾਲ ਜੁੜਨ ਵਾਲੀ, ਜੁਗਤੀ ਦੇ ਨਾਲ ਤਾਰਨ ਵਾਲੇ, ਸਾਡਾ ਭਲਾ ਕਰਨ ਵਾਲੇ। ਤੁਹੀ ਮੁਕੰਦ, ਤੂੰ ਹੀ ਮੇਰਾ ਵਾਹਿਗੁਰੂ ਹੈ, ਤੂੰ ਹੀ ਮੇਰਾ ਰਾਖਾ ਹੈ। ਜੋਗ, ਜੋਗ ਦਾ ਅਰਥ ਹੁੰਦਾ ਜੁੜਨਾ ਤੇ ਜੁਗ ਸੰਸਾਰ ਨੂੰ ਵੀ ਆਖਿਆ ਗਿਆ ਹੈ ਤੇ ਜੁਗ ਦਾ ਅਰਥ ਜੁਗਤੀ ਹੈ, ਤਾਰ ਹੈ। ਸੱਚੇ ਸਤਿਗੁਰ ਤੂੰ ਹੀ ਕਿਰਪਾ ਕਰ ਸਾਨੂੰ ਇਸ ਦੇ ਜੋਗ ਬਣਾ ਕੇ ਅਸੀਂ ਇਸ ਸੰਸਾਰ ਦੇ ਵਿੱਚੋਂ ਤਰ ਸਕੀਏ। ਤੂੰ ਹੀ ਮਕੰਦ ਜੋਗ ਜੁਗ ਤਾਰ, ਤੂੰ ਕਿਰਪਾ ਕਰ ਸਾਡੇ ਤੇ, ਸਾਨੂੰ ਇਸ ਦੇ ਜੋਗ ਬਣਾ ਕੇ ਅਸੀਂ ਇਸ ਸੰਸਾਰ ਦੇ ਵਿੱਚੋਂ ਤਰ ਸਕੀਏ ਜੀ। ਉਪਜੋ ਗਿਆਨ ਹੁਆ ਪ੍ਰਗਾਸ, ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੱਚੇ ਸਤਿਗੁਰ ਕਿਰਪਾ ਕਰਦਾ ਹੈ, ਫਿਰ ਸਾਡੇ ਅੰਦਰ ਗਿਆਨ ਹੋ ਜਾਂਦਾ ਹੈ। ਉਪਜੋ ਦਾ ਅਰਥ ਹੁੰਦਾ ਪੈਦਾ ਹੋਣਾ, ਗਿਆਨ, ਮਨੁੱਖ ਨੂੰ ਸੋਝੀ ਆ ਜਾਣੀ, ਗਿਆਨ ਹੋ ਜਾਣਾ। ਹੁਆ ਪ੍ਰਕਾਸ਼, ਉਸ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਦੇ ਪੈਦਾ ਹੋਣ ਦੇ ਨਾਲ ਹੀ ਸਾਡੇ ਅੰਦਰ ਸੋਝੀ ਆ ਗਈ ਹੈ ਜੀ। ਕਰਮ ਕਿਰਪਾ ਦੀਨੇ ਕੀਟ ਦਾਸ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ। ਬੜੀ ਵੱਡੀ ਕਿਰਪਾ ਕਰਕੇ ਆਪਣੇ ਦਾਸਰਿਆਂ ਨੂੰ ਉਹਨੇ ਆਪ ਆਪਣੇ ਨਾਲ ਲਾ ਲਿਆ। ਦੀਨੇ ਕੀਟ ਦਾਸ, ਕੀਟ ਤੋਂ ਅਰਥ ਹੁੰਦਾ ਕੀੜੇ। ਭਗਤ ਜੀ ਆਪਣੇ ਆਪ ਨੂੰ ਤੁਛ ਜਨਾਉਂਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਬੜਾ ਵੱਡਾ ਪਰਉਪਕਾਰ ਆਪਣੇ ਤੇ ਸਮਝਦੇ ਹੋਏ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਨੇ। ਹੇ ਸੱਚੇ ਸਤਿਗੁਰ ਜੀ ਤੁਸੀਂ ਕਿਰਪਾ ਕੀਤੀ ਹੈ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਸਾਨੂੰ ਆਪਣੇ ਕਰ ਲਿਆ ਹੈ, ਆਪਣੇ ਬਣਾ ਕੇ ਆਪਣੇ ਦਾਸਰਿਆਂ ਦੀ ਗਿਣਤੀ ਵਿੱਚ ਰੱਖ ਲਿਆ ਹੈ ਜੀ। ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਭਗਤ ਰਵਿਦਾਸ ਜੀ ਆਖਦੇ ਨੇ ਹੁਣ ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ ਰਹੀ, ਹਰ ਪ੍ਰਕਾਰ ਦੀ ਤ੍ਰਿਸ਼ਨਾ ਜਿਹੜੀ ਇਹ ਦੂਰ ਹੋ ਗਈ ਹੈ ਜੀ। ਜਬ ਮੁਕੰਦ ਸੇਵਾ ਤਾਪੂ ਕੀ, ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰੀਏ ਤੇ ਉਸੇ ਦੀ ਸੇਵਾ ਨੇ ਜਿਹੜੀ ਉਹੀ ਕਰੀਏ। ਜਪ ਮੁਕੰਦ ਵਾਹਿਗੁਰੂ ਜਪੀਏ, ਸੇਵਾ ਤਾਹੂ ਕੀ, ਇਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਜਿਹੜਾ ਉਸ ਦਾ ਜਪ ਕਰ ਲੈਣਾ ਹੈ, ਜਿਹੜਾ ਪਰਮਾਤਮਾ ਦਾ ਸਿਮਰਨ ਕਰ ਲੈਣਾ ਹੈ, ਇਹੀ ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਹੈ। ਇਹ ਇੱਕ ਸ਼ਬਦ ਦੇ ਤੇ ਸੰਪੂਰਨ ਹੋਇਆ ਹੈ। ਹੁਣ ਇਸ ਤੋਂ ਅੱਗੇ ਦੂਜਾ ਸ਼ਬਦ ਪ੍ਰਾਰੰਭ ਹੁੰਦਾ ਹੈ। ਦੂਜੇ ਸ਼ਬਦ ਦੇ ਅੰਦਰ ਭਗਤ ਜੀ ਨੇ ਅਨੇਕ ਪ੍ਰਕਾਰ ਦੇ ਦ੍ਰਿਸ਼ਟਾਂਤ ਦਿੱਤੇ ਨੇ ਸਾਨੂੰ, ਤੇ ਨਾਲ ਇਹ ਦੱਸਿਆ ਵੀ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਨਾ ਤੇ ਉਹ ਸਾਰੀਆਂ ਸੇਵਾਵਾਂ ਭਜਨ ਬੰਦਗੀਆਂ ਨੇ ਨਾ ਜਿਹੜੀਆਂ ਉਹ ਸਾਡੀਆਂ ਵਿਅਰਥ ਹੋ ਜਾਂਦੀਆਂ ਨੇ। ਇਸ ਲਈ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਤੇ ਮੈਂ ਥੋੜਾ ਜਿਹਾ ਖੁਲਾਸਾ ਕਰਦੇ ਹਾਂ, ਨਿੰਦਿਆ ਚੀਜ਼ ਕੀ ਹੈ? ਅਣਹੋਈ ਗੱਲ ਹੈ ਜਿਹੜੀ ਇਹ ਨਿੰਦਿਆ ਹੈ। ਕਿਸੇ ਨੂੰ ਸੱਚੀ ਗੱਲ ਆਖ ਦਿਓ ਉਹ ਨਿੰਦਿਆ ਨਹੀਂ। ਹੁਣ ਵੇਖੋ ਧੰਨ ਗੁਰਬਾਣੀ ਦੇ ਅੰਦਰ ਵੀ ਭਗਤ
ਨਾਮਦੇਵ ਜੀ ਦਾ ਸ਼ਬਦ ਹੈ, ਹਿੰਦੂ ਅੰਨਾ ਤੁਰਕੂ ਕਾਣਾ ਦੁਹਾ ਤੇ ਗਿਆਨੀ ਸਿਆਣਾ। ਹੁਣ ਜੇ ਆਪਾਂ ਆਖੀਏ ਨਾ ਵੀ ਭਗਤ ਜੀ ਨੇ ਨਿੰਦਿਆ ਕੀਤੀ ਹੈ, ਹਿੰਦੂ ਨੂੰ ਅੰਨਾ ਆਖਿਆ ਤੇ ਤੁਰਕ ਨੂੰ ਕਾਣਾ ਆਖੀਏ, ਇਹ ਨਿੰਦਿਆ ਨਹੀਂ ਹੈਗੀ, ਇਹ ਸਚਾਈ ਹੈ, ਸੱਚ ਆਖਿਆ ਹੈ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ। ਹੁਣ ਭਗਤ ਜੀ ਕਹਿੰਦੇ ਨੇ ਵੀ ਹਿੰਦੂ ਅੰਨਾ ਕਿਉਂ? ਹਿੰਦੂ ਪੂਜੇ ਦੇਹੁਰਾ। ਹਿੰਦੂ ਇਹ ਜਿਹੜਾ ਪੱਥਰਾਂ ਦੀ ਪੂਜਾ ਕਰਦਾ, ਤੇ ਪੱਥਰਾਂ ਦੇ ਵਿੱਚ ਰੱਬ ਥੋੜੀ ਏ, ਜੇ ਹੈਗਾ ਤੇ ਫਿਰ ਉਹ ਸਾਰਿਆਂ ਦੇ ਵਿੱਚ ਹੀ ਏ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਇੱਕ ਪੱਥਰ ਦੇ ਉੱਤੇ ਤਾਂ ਅਸੀਂ ਪੈਰ ਰੱਖਦੇ ਹਾਂ ਤੇ ਇੱਕ ਪੱਥਰ ਉਹਨੂੰ ਅਸੀਂ ਪੂਜਦੇ ਫਿਰਦੇ ਹਾਂ। ਫਿਰ ਇਹ ਗੱਲ ਯੋਗ ਨਹੀਂ ਹੈਗੀ। ਜੇ ਉਸ ਪੱਥਰ ਦੇ ਵਿੱਚ ਰੱਬ ਹੈ ਤੇ ਫਿਰ ਜਿਹੜੇ ਦੇ ਉੱਤੇ ਅਸੀਂ ਪੈਰ ਰੱਖੇ ਹੈ ਨਾ, ਉਹਦੇ ਵਿੱਚ ਵੀ ਰੱਬ ਹੈ। ਇਸ ਕਰਕੇ ਹਿੰਦੂ ਪੂਜੇ ਦਿਓਰਾ, ਮੁਸਲਮਾਨ ਮਸੀਤ, ਇਹ ਦੋਵੇਂ ਇੱਥੋਂ ਤੱਕ ਹੀ ਸੀਮਤ ਨੇ, ਇਸ ਤੋਂ ਅੱਗੇ ਨਹੀਂ ਜਾਂਦੇ। ਤਾਂ ਕਰਕੇ ਭਗਤ ਜੀ ਨੇ ਸੱਚਾਈ ਨੂੰ ਬਿਆਨ ਕੀਤਾ। ਸੋ ਇਸ ਤਰ੍ਹਾਂ ਜਦੋਂ ਅਸੀਂ ਸੱਚੀ ਗੱਲ ਆਖਦੇ ਹਾਂ, ਫੁੱਲ ਨੂੰ ਫੁੱਲ ਆਖੋ ਤੇ ਕੰਡੇ ਨੂੰ ਕੰਡਾ ਆਖੋ। ਇਹ ਨਾ ਹੋਵੇ ਵੀ ਕੰਡਾ ਹੋਵੇ ਤੇ ਅਸੀਂ ਉਹਨੂੰ ਫੁੱਲ ਆਖੀ ਜਾਈਏ, ਇਹ ਵੀ ਨਿੰਦਿਆ ਹੈ, ਇਹ ਵੀ ਨਿੰਦਿਆ ਬਣ ਜਾਂਦੀ ਹੈ। ਹੋਵੇ ਫੁੱਲ ਤੇ ਅਸੀਂ ਉਹਨੂੰ ਕੰਡਾ ਆਖੀਏ ਤੇ ਇਹ ਵੀ ਨਿੰਦਿਆ ਬਣ ਜਾਂਦੀ। ਬੁਰਾਈ ਕਰਨੀ ਵੀ ਨਿੰਦਿਆ ਹੈ ਤੇ ਬਿਨਾਂ ਮਤਲਬ ਤੋਂ ਅਣਹੋਈ ਅਛਾਈ ਕਰਨੀ ਵੀ, ਕਿਸੇ ਦੇ ਗੁਣ ਗਾਣੇ, ਇਹ ਵੀ ਨਿੰਦਿਆ। ਦੋਵੇਂ ਨਿੰਦਿਆ ਦਾ ਰੂਪ ਨੇ। ਹੁਣ ਭਗਤ ਜੀ ਇਸ ਸ਼ਬਦ ਦੇ ਨਾਲ ਸਾਨੂੰ ਦੱਸਦੇ ਹਨ ਜੀ, ਗੋਂਡ ਜੀਉ 68 ਤੀਰਥ ਨਾਵੈ। ਪਾਵਨ ਸ਼ਬਦ ਦੇ ਅੰਦਰ ਭਗਤ ਜੀ ਦੱਸਦੇ ਨੇ ਕਿ ਜੇ ਕੋਈ ਪ੍ਰਾਣੀ ਨਿੰਦਕ ਹੈ, ਨਿੰਦਿਆ ਕਰਨ ਵਾਲਾ ਹੈ, ਤੇ ਜੇ ਉਹ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲਵੇ ਜੀ। ਜੀਉ ਦੁਆਦਸ ਸਿਲਾ ਪੁਜਾਵੈ। ਦੁਆਦਸ ਦਾ ਅਰਥ ਹੈ 12, ਕੇਦਾਰ ਦੁਆਰ, ਬਦਰੀਨਾਥ ਤੇ ਸੈਲਨਾਥ। ਇਸ ਤਰ੍ਹਾਂ ਇਹਨਾਂ ਦੇ 12 ਦਰ ਮੰਨੇ ਗਏ ਨੇ ਜਿੱਥੇ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ। ਭਗਤ ਜੀ ਕਹਿੰਦੇ ਨੇ 68 ਤੀਰਥ ਨੇ, 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਹੋਵੇ, 68 ਤੀਰਥਾਂ ਦਾ ਇਸ਼ਨਾਨ ਕੀਤਾ ਹੋਵੇ, ਜੇ ਉਹ ਦੁਆਦਸ ਸਿਲਾ ਪਜਾਵੇ ਤੇ 12 ਜੋ ਇਹਨਾਂ ਦੇ ਇਹ ਧਾਰਮਿਕ ਅਸਥਾਨ ਮੰਨੇ ਗਏ ਨੇ, ਉੱਥੇ ਜਾ ਕੇ ਸ਼ਿਵਲਿੰਗ ਦੀ ਪੂਜਾ ਵੀ ਕੀਤੀ ਹੋਵੇ। ਏਉ ਕੂਪ ਤਟਾ ਦਿਵਾਵੈ। ਕੂਪ ਕਹਿੰਦੇ ਨੇ ਖੂਹ ਨੂੰ ਤੇ ਤਟਾ ਕਹਿੰਦੇ ਨੇ ਸਰੋਵਰ ਨੂੰ, ਟੋਭਿਆਂ ਆਦਿਕ ਨੂੰ ਤਟ ਆਖ ਦਿੰਦੇ ਨੇ। ਜਾਂ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਤਟ ਆਖਦੇ ਨੇ ਜਿੱਥੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੋਵੇ। ਹੁਣ ਭਗਤ ਜੀ ਕਹਿੰਦੇ ਨੇ ਜੇ 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਏ, 12 ਜੋ ਇਹਨਾਂ ਦੇ ਥਾਂ ਮੰਨੇ ਗਏ ਨੇ ਸ਼ਿਵਲਿੰਗ ਵਾਲੇ, ਉੱਥੇ ਪੂਜਾ ਵੀ ਕਰਕੇ ਆਇਆ ਏ, ਉੱਥੇ ਵੀ ਜਾ ਆਇਆ ਏ। ਜੇ ਉਹ ਕੂਪ ਤੇ ਉਹਨੇ ਕੀ ਕੀਤਾ, ਲੋਕ ਭਲਾਈ ਦੇ ਵਾਸਤੇ ਨਾ ਖੂਹੇ ਜਿਹੜੇ ਨੇ ਉਹ ਵੀ ਤਿਆਰ ਕਰਵਾ ਦਿੱਤੇ ਨੇ, ਤੇ ਤੱਟ ਜਿਹੜੇ ਤਲਾਬ ਸਰੋਵਰ ਟੋਭੇ ਨੇ ਆਦਿਕ ਇਹ ਵੀ ਜਿਹੜੇ ਨੇ ਇਹ ਬਣਵਾ ਦਿੱਤੇ ਨੇ। ਇਤਨਾ ਕੁਝ ਕਰਨ ਤੋਂ ਉਪਰੰਤ ਜੀ ਕਰੈ ਨਿੰਦ ਸਭ ਬਿਰਥਾ ਜਾਵੇ। ਜੇ ਉਹ ਅਣਹੋਈ ਗੱਲ ਕਰ ਦਿੰਦਾ ਨਾ ਤੇ ਉਹਦਾ ਸਾਰਾ ਕੁਝ ਵਿਅਰਥ ਦੇ ਵਿੱਚ ਚਲਾ ਜਾਂਦਾ। ਮੈਂ ਥੋੜਾ ਜਿਹਾ ਹੋਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਕਰੈ ਨਿੰਦ ਸਭ ਬਿਰਥਾ ਜਾਵੇ, ਉਹਦਾ ਸਾਰਾ ਹੀ ਵਿਅਰਥ ਦੇ ਵਿੱਚ ਚਲਾ ਜਾਂਦਾ ਜੇ ਉਹ ਕਿਸੇ ਦੀ ਅਣਹੋਈ ਗੱਲ ਨੂੰ ਆਖਦਾ। ਹੋਈ ਨਹੀਂ, ਅਣਹੋਈ ਹੈ, ਉਹ ਨਿੰਦਿਆ। ਇਹ ਧਿਆਨ ਰੱਖਣਾ, ਸੱਚੀ ਗੱਲ ਦਾ ਗੁਨਾਹ ਨਹੀਂ ਹੈਗਾ। ਗੁਰਬਾਣੀ ਦੇ ਅੰਦਰ ਫਰਮਾਨ ਹੈ, ਕੂੜ ਬੋਲ ਮੁਰਦਾਰ ਖਾਏ। ਝੂਠ ਹੈ ਜਿਹੜਾ ਉਹ ਇੱਕ ਵੱਖਰੀ ਗੱਲ ਹੈ, ਨਿੰਦਿਆ ਜਿਹੜੀ ਉਹ ਇੱਕ ਵੱਖਰੀ ਗੱਲ ਹੈ। ਇਹ ਨਿੰਦਿਆ ਬਣਦੀ ਕਦੋਂ ਹੈ? ਨਿੰਦਿਆ ਉਦੋਂ ਬਣਦੀ ਹੈ ਜਦੋਂ ਝੂਠ ਵੀ ਹੋਵੇ ਤੇ ਦੋਸ਼ ਵੀ ਹੋਵੇ, ਉਦੋਂ ਨਿੰਦਿਆ ਬਣਦੀ ਹੈ। ਮੈਂ ਥੋੜਾ ਜਿਹਾ ਸਮਝਾਉਣ ਦੇ ਲਈ ਆਪ ਜੀ ਨੂੰ ਦੱਸ ਦਿਆਂ। ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਇਹ ਆਖਿਆ, ਆਓ ਬਾਬਾ ਜੀ ਪ੍ਰਸ਼ਾਦਾ ਛਕ ਲਓ, ਤੇ ਮੈਂ ਝੂਠ ਮਾਰ ਦਿੱਤਾ। ਮੈਂ ਕਹਿ ਦਿੱਤਾ ਮੈਂ ਛਕ ਲਿਆ ਪ੍ਰਸ਼ਾਦਾ। ਛਕਿਆ ਨਹੀਂ ਹੈਗਾ, ਪ੍ਰਸ਼ਾਦਾ ਛਕ ਲਿਆ। ਇਹ ਝੂਠ ਹੈ, ਨਿੰਦਿਆ ਨਹੀਂ ਹੈਗੀ, ਕਿਉਂਕਿ ਮੈਂ ਕਿਸੇ ਦੇ ਉੱਤੇ ਚਿੱਕੜ ਨਹੀਂ ਸੱਟਿਆ, ਕਿਸੇ ਦੇ ਵਿੱਚ ਦੋਸ਼ ਗੁਨਾਹ ਨਹੀਂ ਕੱਢਿਆ ਹੈਗਾ। ਮੈਂ ਕਿਸੇ ਦੇ ਘਰੇ ਗਿਆ, ਉਹਨੇ ਮੈਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਅੱਗੇ ਕੋਈ ਦੂਸਰਾ ਆਇਆ, ਉਹ ਕਹਿੰਦਾ ਆਓ ਬਾਬਾ ਜੀ ਪ੍ਰਸ਼ਾਦਾ ਛਕ ਲਓ, ਤੇ ਮੈਂ ਉੱਥੇ ਕਹਿ ਦਿੱਤਾ ਮੈਂ ਉਹਨਾਂ ਦੇ ਘਰੇ ਗਿਆ ਸੀ, ਬੈਠ ਕੇ ਆ ਗਿਆ, ਪ੍ਰਸ਼ਾਦਾ ਤੇ ਛਕਾਇਆ ਨਹੀਂ। ਇਹ ਹੁਣ ਨਿੰਦਿਆ ਹੋ ਗਈ ਏ, ਕਿਉਂਕਿ ਇੱਕ ਤਾਂ ਮੈਂ ਝੂਠ ਮਾਰ ਰਿਹਾ, ਪ੍ਰਸ਼ਾਦਾ ਛਕ ਕੇ ਆਇਆ, ਤੇ ਦੂਜਾ ਮੈਂ ਉਹਨਾਂ ਤੇ ਦੋਸ਼ ਕੱਢ ਰਿਹਾ ਜਦੋਂ ਕਿ ਉਹਨਾਂ ਨੇ ਉਹ ਕੰਮ ਕੀਤਾ ਹੈ, ਪ੍ਰਸ਼ਾਦਾ ਛਕਾਇਆ। ਇਹ ਨਿੰਦਿਆ ਬਣਦੀ ਏ। ਝੂਠ ਵੀ ਹੋਵੇ
ਤੇ ਕਿਸੇ ਤੇ ਦੋਸ਼ ਵੀ ਛੱਟਿਆ ਜਾਵੇ, ਇਹ ਨਿੰਦਿਆ ਦਾ ਰੂਪ ਹੋ ਜਾਂਦਾ, ਇਹਨੂੰ ਨਿੰਦਿਆ ਆਖਿਆ ਜਾਂਦਾ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਹੁਣ ਵੇਖੋ, ਧਾਰਮਿਕ ਸਥਾਨ ਨੇ, ਉਹਨਾਂ ਤੇ ਅਸੀਂ ਜਾਂਦੇ ਹਾਂ, ਬੜਾ ਪੁੰਨ ਲੱਗਦਾ, ਜਾਣਾ ਵੀ ਚਾਹੀਦਾ ਹੈ। ਪਵਿੱਤਰ ਸਥਾਨ ਨੇ, ਧਾਰਮਿਕ ਸਥਾਨ ਨੇ, ਇਹਨਾਂ ਦਾ ਬੜਾ ਪੁੰਨ ਹੈ, ਇੱਥੇ ਜਾਣਾ ਚਾਹੀਦਾ ਹੈ। ਤੇ ਸਾਨੂੰ ਆਪੋ ਆਪਣੇ ਧਰਮ ਦੇ ਅਨੁਸਾਰ ਹਰ ਥਾਂ ਤੇ ਪਹੁੰਚਣਾ ਚਾਹੀਦਾ ਹੈ, ਦਰਸ਼ਨ ਦਿਦਾਰੇ ਕਰਨੇ ਚਾਹੀਦੇ ਨੇ। ਜੇ ਉਹ ਕੂਪ, ਸਾਨੂੰ ਖੂਹਾਂ ਦੀ ਸੇਵਾ ਵੀ ਕਰਵਾਉਣੀ ਚਾਹੀਦੀ ਹੈ। ਸਮੇਂ ਦੇ ਅਨੁਸਾਰ ਇਹ ਜਲ ਦੀ ਸੇਵਾ ਹੈ। ਉਦੋਂ ਇਸ ਤਰ੍ਹਾਂ ਦਾ ਮਾਹੌਲ ਸੀ। ਬਾਅਦ ਦੇ ਵਿੱਚ ਲੋਕੀ ਫਿਰ ਨਲਕੇ ਲਵਾਉਣ ਲੱਗ ਗਏ। ਜਿੱਥੇ ਬੱਸ ਅੱਡੇ ਹੁੰਦੇ ਸਨ ਉੱਥੇ ਨਲਕੇ ਲਵਾਏ ਜਾਂਦੇ ਸਨ। ਕਈਆਂ ਥਾਵਾਂ ਤੇ ਪਿਓ ਆਦਿਕ ਵੀ ਬਿਠਾਏ ਜਾਂਦੇ ਸਨ। ਕੁਝ ਮਟਕੇ ਵਾਹਵਾ ਸਾਰੇ ਰੱਖੇ ਜਾਂਦੇ। ਗਰਮੀਆਂ ਦੇ ਦਿਨਾਂ ਵਿੱਚ ਝੁੱਗੀ ਪਾਈ ਜਾਂਦੀ, ਮਟਕਿਆਂ ਨੂੰ ਛਾਂ ਕੀਤੀ ਜਾਂਦੀ ਤੇ ਇੱਕ ਨੂੰ ਸੇਵਾਦਾਰ ਬਣਾ ਕੇ ਉੱਥੇ ਨਿਯੁਕਤ ਕੀਤਾ ਜਾਂਦਾ ਵੀ ਤੇਰਾ ਖਰਚਾ ਪਾਣੀ ਅਸੀਂ ਸਾਰੇ ਰਲ ਕੇ ਦਿਆਂਗੇ ਤੇ ਤੂੰ ਆਏ ਗਏ ਨੂੰ ਜਲ ਛਕਾਣਾ ਹੈ। ਇਹ ਪਾਣੀ ਦੀ ਸੇਵਾ ਹੈ। ਇਹ ਸਾਰਾ ਕੁਝ ਵੇਖੋ ਹੈ ਪੁੰਨ ਧਰਮ, ਬੜਾ ਵੱਡਾ ਧਰਮ ਕੀਤਾ ਹੈ। ਪਰ ਉਹ ਇਤਨਾ ਵੱਡਾ ਧਰਮ ਕਰਕੇ ਕਿਸੇ ਦੀ ਅਣਹੋਈ ਗੱਲ ਆਖ ਕੇ ਨਾ ਸਾਰਾ ਕੁਝ ਜਿਹੜਾ ਉਹ ਵਿਅਰਥ ਦੇ ਵਿੱਚ ਗਵਾ ਰਿਹਾ ਹੈ। ਕਰੇ ਨਿੰਦ, ਕਰਦਾ ਹੈ ਨਿੰਦਾ, ਕਰੇ ਨਿੰਦ ਸਭ ਬਿਰਥਾ ਜਾਵੇ। ਇਤਨਾ ਵੱਡਾ ਪੁੰਨ ਧਰਮ ਕਰਕੇ ਕਿਸੇ ਦੀ ਨਿੰਦਿਆ ਕਰਕੇ ਇਹਨੇ ਸਾਰਾ ਕੁਝ ਵਿਅਰਥ ਦੇ ਵਿੱਚ ਗਵਾ ਲਿਆ ਹੈ ਜੀ। ਸਾਧਕ ਨਿੰਦਕ ਕੈਸੀ ਤਰੈ। ਹੁਣ ਭਗਤ ਜੀ ਕਹਿੰਦੇ ਨੇ ਉਹ ਤਾਂ ਅਸੀਂ ਆਮ ਬੰਦੇ ਦੀ ਗੱਲ ਕੀਤੀ ਸੀ, ਜਿਹੜਾ ਆਮ ਬੰਦਾ ਸੀ। ਤੇ ਜੇ ਕੋਈ ਸਾਧੂ ਸੰਤ ਬੰਦਗੀ ਸਿਮਰਨ ਭਜਨ ਕਰਨ ਵਾਲਾ ਹੋਵੇ, ਸੇਵਾ ਸਿਮਰਨ ਵਾਲਾ ਹੋਵੇ, ਤੇ ਜੇ ਉਹਦੀ ਕੋਈ ਨਿੰਦਿਆ ਕਰੇਗਾ ਤੇ ਫਿਰ ਦੱਸੋ ਉਹਦਾ ਕਿਵੇਂ ਇਸ ਸੰਸਾਰ ਤੋਂ ਤਰਨਾ ਹੈਗਾ। ਉਹ ਤਾਂ ਬਿਲਕੁਲ ਵੀ ਇਸ ਸੰਸਾਰ ਤੋਂ ਤਰ ਨਹੀਂ ਸਕਦਾ ਹੈ ਜੀ। ਹਰਿ ਪਰ ਜਾਨੋ ਨਰ ਕੀ ਪਰੈ। ਸਰਪਰ ਦਾ ਅਰਥ ਹੁੰਦਾ ਸੱਚੀ ਮੁੱਚੀ। ਇਸ ਗੱਲ ਨੂੰ ਸੱਚਮੁੱਚ ਕਰਕੇ ਜਾਣਨਾ ਕਰੋ ਕਿ ਉਹ ਨਰਕ ਦੇ ਵਿੱਚ ਹੀ ਜਾਵੇਗਾ। ਰਹਾਉ ਜੀਉ ਗ੍ਰਹਿਣ ਕਰੈ ਕੁਲ ਖੇਤ। ਹੁਣ ਵਿਸ਼ਰਾਮ ਲਾ ਕੇ ਨਾ ਅੱਗੇ ਹੋਰ ਇੱਕ ਦ੍ਰਿਸ਼ਟਾਂਤ ਦਿੰਦੇ ਨੇ। ਜੇ ਉਹ ਗ੍ਰਹਿਣ ਨਾ, ਇਹ ਸੂਰਜ ਗ੍ਰਹਿਣ ਲੱਗਦਾ ਕੁਲ ਖੇਤ। ਕੁਲ ਖੇਤ ਦਾ ਇੱਥੇ ਅਰਥ ਕੁਰੂਕਸ਼ੇਤਰ ਹੈ। ਕੁਰੂਕਸ਼ੇਤਰ ਦੇ ਅਸਥਾਨ ਤੇ ਗ੍ਰਹਿਣ ਦੇ ਸਮੇਂ ਜਾ ਕੇ ਇਸ਼ਨਾਨ ਕਰਕੇ ਤੇ ਪੁੰਨ ਕਰਨ ਦਾ ਨਾ ਇੱਕ ਵੱਡਾ ਮਹਾਤਮ ਸਨਾਤਨ ਧਰਮ ਦੇ ਵਿੱਚ ਦੱਸਿਆ। ਤੁਸੀਂ ਨਹੀਂ ਤੁਰ ਪੈਣਾ, ਆਪਾਂ ਨਹੀਂ ਜਾਣਾ ਇੱਧਰ। ਇਹ ਸਨਾਤਨ ਧਰਮ ਦੀ ਗੱਲ ਹੈ, ਜਿਸ ਦਾ ਪ੍ਰਸੰਗ ਹੈ, ਜਿਸ ਤਰ੍ਹਾਂ ਦੇ ਧਰਮ ਦੇ ਨਾਲ ਲਿੰਕ ਹੈ, ਉਸੇ ਨੂੰ ਉਹ ਸਿੱਖਿਆ ਦਿੱਤੀ ਗਈ ਹੈ। ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਜੇ ਕੋਈ ਇਸ ਤਰ੍ਹਾਂ ਦਾ ਪ੍ਰਾਣੀ ਹੋਵੇ ਨਾ, ਉਹ ਭਾਈ ਕੁਰੂਕਸ਼ੇਤਰ ਜਾਵੇ, ਉਧਰੋਂ ਸੂਰਜ ਗ੍ਰਹਿਣ ਲੱਗਿਆ ਹੋਵੇ, ਉੱਥੇ ਇਸ਼ਨਾਨ ਕਰਕੇ ਚੰਗਾ ਪੁੰਨ ਧਰਮ ਕਰੇ ਜੀ। ਹਰਿ ਪੈ ਨਾਰ ਸਿਗਾਰ ਸਮੇਤ। ਇਹ ਨਾ ਹੁਣ ਥੋੜਾ ਜਿਹਾ ਸਮਾਂ ਬਦਲ ਗਿਆ। ਪਹਿਲੂ ਸਮਾਂ ਹੁੰਦਾ ਸੀ ਉਦੋਂ ਜਦੋਂ ਕਿਸੇ ਕੋਲੇ ਕੋਈ ਬੱਚੀਆਂ ਜ਼ਿਆਦੀਆਂ ਹੁੰਦੀਆਂ ਨਾ, ਇੱਥੋਂ ਇਹ ਦੇਜ ਪ੍ਰਥਾ ਚੱਲੀ ਹੈ। ਦਾਜ ਜਿਹੜਾ ਹੈ ਨਾ, ਇਹ ਇੱਥੋਂ ਹੀ ਚੱਲਿਆ। ਮੈਂ ਥੋੜਾ ਜਿਹਾ ਸਮਝਾਉਣ ਦਾ ਯਤਨ ਕਰਾਂਗਾ। ਥੋੜਾ ਜਿਹਾ ਟਿਕਾਉ ਦੇ ਨਾਲ ਬੈਠਿਓ, ਸਮਾਂ ਥੋੜਾ 5-4 ਮਿੰਟ ਵੱਧ ਲੱਗ ਸਕਦਾ ਹੈ। ਅਰਪੇ ਨਾਰ ਸ਼ਿਗਾਰ ਸਮੇਤ। ਪਹਿਲਾ ਸਮਾਂ ਸੀ ਜਦੋਂ ਕਿਸੇ ਕੋਲ ਬੱਚੀਆਂ ਜ਼ਿਆਦੀਆਂ ਹੋ ਜਾਂਦੀਆਂ ਨਾ, ਤੇ ਉਹ ਫਿਰ ਆਪਣੀਆਂ ਬੱਚੀਆਂ ਨੂੰ ਕਿਸੇ ਧਾਰਮਿਕ ਅਸਥਾਨ ਤੇ ਸੇਵਾ ਦੇ ਨਿਮਿਤ ਦਾਨ ਪੁੰਨ ਕਰ ਦਿੰਦਾ, ਉਹਦਾ ਸ਼ਿੰਗਾਰ ਕਰਕੇ ਤੇ ਉੱਥੇ ਉਹਨੂੰ ਭੇਟ ਕਰ ਦਿੰਦਾ। ਯੂਪੀ ਦੇ ਵਿੱਚ ਇੱਕ ਸ਼ਹਿਰ ਹੈ, ਉਸ ਦਾ ਨਾਂ ਹੈ ਨੰਗਲੀ ਸਾਹਿਬ, ਉਹਨੂੰ ਆਖਦੇ ਨੇ। ਨੰਗਲੀ ਸ਼ਹਿਰ ਦਾ ਨਾਂ ਹੈ, ਕਾਗਜ਼ਾਂ ਦੇ ਵਿੱਚ ਨੰਗਲੀ ਸਾਹਿਬ ਹੈ। ਉੱਥੇ ਇੱਕ ਬੜਾ ਵੱਡਾ ਆਸ਼ਰਮ ਬਣਿਆ ਹੈ। ਅੱਜ ਤੋਂ ਕਈ ਸਾਲ ਪਹਿਲਾਂ 300 ਔਰਤਾਂ ਉੱਥੇ ਰਹਿੰਦੀਆਂ ਸਨ। ਕੇਵਲ ਔਰਤਾਂ ਹੀ ਰਹਿੰਦੀਆਂ ਨੇ। ਨੰਗਲੀ ਨਾਂ ਹੈ ਸ਼ਹਿਰ ਦਾ, ਯੂਪੀ ਦੇ ਵਿੱਚ ਹੈ। ਕਿਤੇ ਸਰਚ ਮਾਰ ਕੇ ਵੇਖਿਓ ਨੈਟ ਤੇ। ਅੱਜ ਤੋਂ ਕਈ ਚਿਰ ਪਹਿਲੋਂ ਦੀ ਦਾਸ ਗੱਲ ਕਰਦਾ। ਉੱਥੇ 300 ਇਸ ਤਰ੍ਹਾਂ ਦੀਆਂ ਬੱਚੀਆਂ ਸਨ ਜਿਹੜੀਆਂ ਲੋਕਾਂ ਦੇ ਵੱਲੋਂ ਉਸ ਅਸਥਾਨ ਨੂੰ ਭੇਟ ਕੀਤੀਆਂ ਗਈਆਂ ਸਨ। ਉੱਥੇ ਜਿਤਨਾ ਵੀ ਪ੍ਰਬੰਧ ਹੈ ਸਾਰਾ ਔਰਤਾਂ ਦਾ, ਮਰਦ ਜਿਹੜਾ ਮਨੁੱਖ ਹੈ ਜਿਹੜਾ ਉੱਥੇ ਪ੍ਰਵੇਸ਼ ਵੀ ਨਹੀਂ ਕਰ ਸਕਦਾ। ਸੋ ਹੁਣ ਭਗਤ ਜੀ ਇੱਥੇ ਦੱਸਦੇ ਨੇ ਵੀ ਅਰਪੈ ਨਾਰ ਸ਼ਿੰਗਾਰ ਸਮੇਤ। ਇਸ ਤਰ੍ਹਾਂ ਜੇ ਕੋਈ ਸ਼ਿੰਗਾਰ ਕੇ ਬੱਚੀਆਂ ਨੂੰ ਵੀ ਦਾਨ ਪੁੰਨ ਕਰ ਦੇਵੇ ਨਾ, ਤੇ ਉਹ ਵੀ ਜੇ ਨਿੰਦਿਆ ਕਰਦਾ ਤੇ ਉਹਦਾ ਇਹ ਵੀ ਵਿਅਰਥ ਚੱਲਦਾ। ਹੁਣ ਥੋੜਾ ਜਿਹਾ ਗਿਆਨ ਆਪਾਂ ਇਹ ਲੈਣਾ ਵੀ ਇਹ ਦਾਜ ਪ੍ਰਥਾ ਜਿਹੜੀ ਇਹ ਇੱਥੋਂ ਹੀ ਚੱਲੀ ਏ। ਇਹ ਦਾਜ ਪ੍ਰਥਾ ਜਿਹੜੀ ਇਹ ਇੱਥੋਂ ਹੀ ਚੱਲੀ ਏ। ਫਿਰ ਬੱਚੀ ਸੀ ਜਿਹੜੀ,
ਉਸ ਬੱਚੀ ਨੂੰ ਨਾ ਪੁੰਨ ਖਾਤੇ ਕਿਸੇ ਨੂੰ ਦਾਨ ਕਰ ਦੇਣਾ ਵੀ ਚੱਲ ਤੇਰਾ ਘਰ ਬਾਹਰ ਹੈ ਨਾ ਜਿਹੜਾ ਉਹ ਵਸ ਜਾਵੇ। ਤੇ ਫਿਰ ਜਿਹੜਾ ਅਗਲਾ ਲੈਣ ਵਾਲਾ ਸੀ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਇਹਨਾਂ ਦੀ ਮਜਬੂਰੀ ਹੈ, ਬੱਚੀ ਨੂੰ ਤਾਂ ਘਰੇ ਰੱਖ ਨਹੀਂ ਸਕਦੇ, ਤੇ ਫਿਰ ਉਹ ਥੋੜੇ ਥੋੜੇ ਲਾਲਚੀ ਹੋ ਗਏ। ਇਸ ਤਰ੍ਹਾਂ ਲਾਲਚ ਵੱਧਦਾ ਤੇ ਅੱਜ ਇਹ ਸਿਖਰਾਂ ਤੇ ਪਹੁੰਚਿਆ ਹੋਇਆ ਹੈ। ਅਰਪੇ ਨਾਰ ਸ਼ਿਗਾਰ ਸਮੇਤ। ਦੂਜਾ ਅਰਥ ਵਿਦਵਾਨ ਇਸ ਦਾ ਇਹ ਕਰਦੇ ਨੇ ਵੀ ਜੇ ਆਪਣੀ ਪਤਨੀ ਹੈ ਜਿਹੜੀ ਉਹਨੂੰ ਪੂਰੇ ਗਹਿਣੇ ਗੱਟਿਆਂ ਦੇ ਨਾਲ ਸਜਾ ਕੇ ਤੇ ਇਸ ਤਰ੍ਹਾਂ ਕਿਤੇ ਦਾਨ ਕਰ ਦੇਵੇ ਜੀ। ਸਗਲੀ ਸਿਮਰਤ ਸ਼੍ਰਵਣੀ ਸੁਨੈ। ਤੇ ਜਿੰਨੇ ਪ੍ਰਕਾਰ ਦੀਆਂ ਵੀ ਸਿਮਰਤੀਆਂ ਹੈਗੀਆਂ ਨੇ ਉਹ ਸਾਰੀਆਂ ਦੇ ਪਾਠ ਨੇ ਨਾ ਜਿਹੜੇ ਉਹ ਵੀ ਜੇ ਸੁਣਨਾ ਕਰੇ ਜੀ। ਕਰ ਨਿੰਦ ਕਵਨ ਨਹੀਂ ਗੁਨੈ। ਤੇ ਜੇ ਉਹ ਮਨੁੱਖ ਨਿੰਦਿਆ ਕਰਦਾ ਨਾ ਨਿੰਦ ਕੇ ਤੇ ਫਿਰ ਉਹ ਕਿਸੇ ਵੀ ਖਾਤੇ ਦੇ ਵਿੱਚ ਨਹੀਂ, ਕਵਨੇ ਨਹੀਂ ਗੁਣੇ, ਕਿਸੇ ਵੀ ਗੁਣ ਦੇ ਵਿੱਚ ਨਹੀਂ, ਭਾਵ ਉਹਨੂੰ ਇਹਨਾਂ ਦਾ ਕੋਈ ਵੀ ਗੁਣ ਪ੍ਰਾਪਤ ਨਹੀਂ ਹੋਏਗਾ। ਨਾ ਕੁਰਸ਼ੇਤਰ ਦੀ ਧਰਤੀ ਤੇ ਜਾ ਕੇ ਸੂਰਜ ਗ੍ਰਹਿਣ ਦੇ ਸਮੇਂ ਇਸ਼ਨਾਨ ਕਰਨ ਦਾ ਪੁੰਨ ਧਰਮ ਕਰਨ ਦਾ ਫਲ ਪ੍ਰਾਪਤ ਹੋਏਗਾ, ਨਾ ਉਹਨੂੰ ਅਰਪੇ ਨਾਰ ਸ਼ਿਗਾਰ ਸਮੇਤ ਵਾਲਾ ਪੁੰਨ ਜਿਹੜਾ ਉਹ ਪ੍ਰਾਪਤ ਹੋਏਗਾ। ਸਗਲੀ ਸਿਮਰਤੀ ਸਰਵਣੀ ਸੁਨੇ। ਇਹ ਸਾਰੀਆਂ ਸਿਮਰਤਾਂ ਦੇ ਪਾਠ ਨੇ ਜਿਹੜੇ ਉਹਨੇ ਜੇ ਕੰਨਾਂ ਦੇ ਨਾਲ ਸੁਣੇ ਵੀ ਹੋਣਗੇ ਨਾ, ਕਰੇ ਨਿੰਦ ਕਵਨੇ ਨਹੀਂ ਗੁਣੇ, ਜੇ ਉਹਨੇ ਨਿੰਦਿਆ ਕਰ ਦਿੱਤੀ ਹੈ ਨਾ ਫਿਰ ਉਹਨੂੰ ਇਹਨਾਂ ਦਾ ਕੋਈ ਵੀ ਗੁਣ ਕੋਈ ਵੀ ਪੁੰਨ ਪ੍ਰਾਪਤ ਨਹੀਂ ਹੋਵੇਗਾ ਜੀ। ਜਿਉ ਅਨਕ ਪ੍ਰਸਾਦ ਕਰਾਵੇ। ਹੁਣ ਅੱਗੇ ਤੀਜੀ ਪੌੜੀ ਦੇ ਵਿੱਚ ਦੱਸਦੇ ਨੇ ਵੀ ਜੇ ਉਹ ਅਣਖ ਪ੍ਰਕਾਰ ਦੇ ਲੰਗਰ ਪਾਣੀ ਤਿਆਰ ਕਰਕੇ ਨਾ ਜਗ ਵੀ ਕਰਨਾ ਕਰੇ, ਜਾਂ ਅਣਖ ਪ੍ਰਕਾਰ ਦੇ ਪ੍ਰਸ਼ਾਦੇ ਪਾਣੀ ਨੇ ਜਿਹੜੇ ਉਹ ਵੀ ਸਾਧੂ ਸੰਤਾਂ ਨੂੰ ਸਿਖਾਉਂਦਾ ਹੋਵੇ, ਆਏ ਗਏ ਦੀ ਸੇਵਾ ਕਰਦਾ ਹੋਵੇ, ਰਾਈ ਪਾਂਦੀ ਦੀ ਸੇਵਾ ਕਰਦਾ ਹੋਵੇ, ਇਸ ਤਰ੍ਹਾਂ ਭਾਈ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨ ਵਾਲਾ ਵੀ ਹੋਵੇ ਜੀ। ਦਾਨ ਸੁਭਾ ਮੰਡਪ ਪਾਵੇ। ਜੇ ਕੋਈ ਇਸ ਤਰ੍ਹਾਂ ਦਾ ਹੋਵੇ ਆਪਣੇ ਕੋਲੋਂ ਪਹਿਲੂ ਧਰਤੀ ਥੋੜੀ ਦਾਨ ਕਰੇ, ਧਰਤੀ ਦਾ ਦਾਨ ਕਰਕੇ ਉਹਦੇ ਉੱਤੇ ਸੋਹਣੇ ਮਕਾਨ ਬਣਵਾਵੇ, ਉਹ ਸੋਹਣੇ ਮਕਾਨ ਨੇ ਜਿਹੜੇ ਉਹਨਾਂ ਦੇ ਵਿੱਚ ਫਿਰ ਸਾਧੂ ਸੰਤ ਰਹਿਣ, ਭਜਨ ਬੰਦਗੀ ਕਰਨ। ਜੇ ਕੋਈ ਇਤਨਾ ਵੱਡਾ ਵੀ ਪਰਪਕਾਰ ਕਰਨ ਵਾਲਾ ਹੋਵੇ ਜੀ। ਆਪਣਾ ਬਿਗਾੜ ਬਿਗਰਾਨਾ ਸਾਂਢੇ। ਆਪਣਾ ਬਗਾਰ ਬਰਾਨਾ ਸਾਂਢੇ, ਇਹ ਵੀ ਇੱਕ ਬੜਾ ਵੱਡਾ ਪਰਪਕਾਰ ਹੈ। ਆਪ ਦਾ ਕੰਮ ਜੇ ਵਿਗੜਦਾ ਤੇ ਵਿਗੜ ਜਾਵੇ ਪਰ ਦੂਜੇ ਦਾ ਨਾ ਵਿਗੜੇ। ਬਰਾਨਾ ਕਹਿੰਦੇ ਨੇ ਦੂਜੇ ਨੂੰ, ਸਾਂਢੇ ਦਾ ਅਰਥ ਹੈ ਦੂਜੇ ਦਾ ਕੰਮ ਸਵਾਰ ਦੇਵੇ। ਅਸਲ ਵਿੱਚ ਜੇ ਅਸੀਂ ਕਿਸੇ ਦਾ ਕਾਰਜ ਸਵਾਰਨਾ ਹੈ ਨਾ ਤੇ ਆਪ ਦਾ ਜਿਹੜਾ ਉਹ ਵਿਗਾੜ ਕੇ ਸਵਾਰਿਆ ਜਾਂਦਾ। ਜੇ ਅਸੀਂ ਆਪ ਦਾ ਮਤਲਬ ਵਿੱਚ ਰੱਖਾਂਗੇ ਨਾ ਤੇ ਫਿਰ ਦੂਜੇ ਦਾ ਨਹੀਂ ਸੰਵਰੇਗਾ, ਦੂਜੇ ਦਾ ਸਵਰੇ ਨਹੀਂ ਜਾਂਦਾ। ਮੰਨ ਲਓ ਸਾਨੂੰ ਕਿਤੇ ਲੋੜ ਪੈ ਗਈ ਹੈ ਕਿਸੇ ਪ੍ਰਾਣੀ ਨੂੰ ਨਾਲ ਲੈ ਕੇ ਜਾਣ ਦੀ, ਤੇ ਉਹ ਜਿਹੜਾ ਸਾਡੇ ਨਾਲ ਤੁਰੇਗਾ ਉਹ ਆਪਣਾ ਘਰ ਦਾ ਕੰਮ ਵੀ ਛੱਡੇਗਾ, ਸਾਡੇ ਨਾਲ ਵੀ ਜਾਏਗਾ, ਕੋਈ ਚਾਰ ਪੈਸੇ ਵੀ ਲਾਏਗਾ, ਫਿਰ ਹੀ ਉਹ ਦੂਜੇ ਦਾ ਸਵਾਰੇਗਾ ਨਾ। ਆਪਣਾ ਬਗਾਰ ਬਰਾਨਾ ਸਾਂਢੇ, ਜਿਹੜਾ ਕੋਈ ਇਸ ਤਰ੍ਹਾਂ ਦਾ ਪਰਪਕਾਰੀ ਹੋਵੇ, ਆਪਣਾ ਕੰਮ ਵਿਗਾੜ ਕੇ ਤੇ ਦੂਜਿਆਂ ਦੇ ਕੰਮ ਸਵਾਰਦਾ ਫਿਰਦਾ ਹੋਵੇ ਜੀ। ਕਰੈ ਨਿੰਦ ਬੋਝੋਨੀ ਹੰਡੈ। ਇਸ ਤਰ੍ਹਾਂ ਦਾ ਮਨੁੱਖ ਜੇ ਉਹ ਨਿੰਦਕ ਕੇ ਨਾ ਨਿੰਦਿਆ ਕਰਨ ਵਾਲਾ ਏ ਤੇ ਫਿਰ ਉਹਨੂੰ ਗਤੀ ਨਹੀਂ, ਮੁਕਤੀ ਨਹੀਂ ਮਿਲੇਗੀ, ਸੁੱਖ ਨਹੀਂ ਮਿਲੇਗਾ, ਉਹ ਜੂਨੀਆਂ ਦੇ ਵਿੱਚ ਤੁਰਿਆ ਫਿਰੇਗਾ। ਇੱਕ ਵਾਰੀ ਮੈਂ ਫਿਰ ਨਾ ਥੋੜੀ ਜੀ ਆਪ ਜੀ ਦੀ ਸੇਵਾ ਕਰਦਿਆਂ, ਜੇ ਉਹ ਗ੍ਰਹਿਣ ਕਰੇ ਕੁਲ ਖੇਤ ਕੁਰਸ਼ੇਤਰ ਦੀ ਧਰਤੀ ਤੇ ਜਾ ਕੇ ਸੂਰਜ ਗ੍ਰਹਿਣ ਦੇ ਸਮੇਂ ਪੁੰਨ ਧਰਮ ਕਰਨ ਵਾਲਾ, ਵੇਦਾਂ ਸ਼ਾਸਤਰਾਂ ਦਾ ਜੋ ਪਾਠ ਹੈ, ਸਿਮਰਤੀਆਂ ਦਾ ਜੋ ਪਾਠ ਹੈ, ਉਹਨਾਂ ਸਾਰਿਆਂ ਨੂੰ ਕੰਨਾਂ ਦੇ ਨਾਲ ਸੁਣਨ ਵਾਲਾ, ਆਪਣਾ ਕੰਮ ਹੈ ਜਿਹੜਾ ਉਹ ਵਿਗਾੜ ਕੇ ਤੇ ਦੂਜਿਆਂ ਦੇ ਕੰਮ ਨੂੰ ਸਵਾਰਨ ਵਾਲਾ, ਆਪਣੇ ਘਰੇ ਅਨੇਕ ਪ੍ਰਕਾਰ ਦੇ ਲੰਗਰ ਪਾਣੀ ਤਿਆਰ ਕਰਕੇ ਤੇ ਸਾਧੂ ਸੰਤਾਂ ਨੂੰ ਸੰਗਤਾਂ ਨੂੰ ਛਕਾਉਣ ਵਾਲਾ, ਆਪਣੇ ਕੋਲੋਂ ਜ਼ਮੀਨ ਦੇ ਕਰਕੇ ਉਹਦੇ ਵਿੱਚ ਸੋਹਣੇ ਮੰਡਪ ਬਣਾ ਕਰਕੇ ਉੱਥੇ ਸਾਧੂ ਸੰਤਾਂ ਨੂੰ ਰੱਖਣ ਵਾਲਾ ਤੇ ਪਾਠ ਪੂਜਾ ਉੱਥੇ ਹੁੰਦੀ ਹੋਵੇ। ਜਿਵੇਂ ਆਪਾਂ ਗੁਰੂ ਘਰ ਦੇ ਲਈ ਜ਼ਮੀਨ ਦਾਨ ਕਰ ਦਿੰਦੇ ਆ, ਗੁਰਦੁਆਰੇ ਬਣਾ ਦਿੰਦੇ ਆ, ਇਤਨਾ ਕੁਝ ਕਰਨ ਵਾਲਾ ਹੈ ਨਾ ਜਿਹੜਾ ਮਨੁੱਖ, ਉਹ ਜੇ ਨਿੰਦਾ ਕਰਦਾ ਨਾ ਤੇ ਫਿਰ ਵੀ ਉਸ ਦੀ ਗਤੀ ਨਹੀਂ ਹੋਏਗੀ, ਉਹ ਨਿੰਦਕ ਹੈ ਤੇ ਦੁਨੀਆ ਦੇ ਵਿੱਚ ਹੀ ਜਾਏਗਾ ਜੀ। ਨਿੰਦਾ ਕਾ ਕਰੋ ਸੰਸਾਰਾ। ਹੁਣ ਭਗਤ ਜੀ ਕਹਿੰਦੇ ਨੇ ਅਸੀਂ
ਸੰਸਾਰ ਵਾਲੇ ਆ ਤੇ ਆਪਾਂ ਨਿੰਦਿਆ ਕਾਹਦੇ ਲਈ ਫਿਰ ਕਰਦੇ ਆ? ਜਦੋਂ ਨਿੰਦਿਆ ਦੇ ਵਿੱਚ ਇਤਨੇ ਗੁਨਾਹ ਨੇ, ਨਿੰਦਿਆ ਕਰਨ ਦੇ ਵਿੱਚ ਇਤਨੇ ਦੋਸ਼ ਨੇ, ਤੇ ਫਿਰ ਅਸੀਂ ਨਿੰਦਿਆ ਕਾਹਦੇ ਲਈ ਕਰਦੇ ਆ? ਕੀ ਫਾਇਦਾ ਫਿਰ ਸਾਨੂੰ ਨਿੰਦਿਆ ਕਰਨ ਦਾ ਜੀ? ਨਿੰਦਕ ਕਾ ਪ੍ਰਗਟ ਬਹਾਰਾ। ਜਿਹੜਾ ਨਿੰਦਕ ਹੁੰਦਾ ਨਾ ਉਸ ਦਾ ਇਹ ਪਰਦਾ ਜ਼ਿਆਦਾ ਚਿਰ ਨਹੀਂ ਬਣਿਆ ਰਹਿੰਦਾ, ਇਹ ਪਰਦਾ ਜ਼ਾਹਰ ਹੋ ਜਾਂਦਾ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਨਿੰਦਕ ਹੈ। ਹੁਣ ਵੇਖੋ ਕਈਆਂ ਨਗਰਾਂ ਦੇ ਵਿੱਚ ਨਾ ਕੋਈ ਪ੍ਰਾਣੀ ਇਸ ਤਰ੍ਹਾਂ ਦਾ ਹੁੰਦਾ ਹੈ, ਉਹ ਜਦੋਂ ਕੋਈ ਗੱਲ ਕਰੇ ਨਾ ਉਹਦੀ ਗੱਲ ਤੇ ਕੋਈ ਯਕੀਨ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਉਹ ਬਦਨਾਮ ਹੋ ਗਿਆ ਹੈ ਵੀ ਇਹ ਬੰਦਾ ਨਾ ਜਿਹੜਾ ਇਹ ਝੂਠ ਬੋਲਦਾ। ਜੇ ਉਹ ਸੱਚ ਵੀ ਬੋਲ ਦੇਵੇ ਨਾ ਤੇ ਫਿਰ ਵੀ ਉਹਦੇ ਤੇ ਸਾਨੂੰ ਯਕੀਨ ਨਹੀਂ ਆਉਂਦਾ। ਇਹ ਹੋ ਜਾਂਦਾ ਵੀ ਇਹ ਬੰਦਾ ਦੋਗਲਾ ਹੈ, ਇਹ ਝੂਠ ਬੋਲੇਗਾ, ਇਹਦੀ ਜ਼ਬਾਨ ਨਹੀਂ ਹੈਗੀ। ਇੱਕ ਨਿੱਕੀ ਜੀ ਸਾਖੀ ਸੁਣਾਉਂਦਾ ਮੈਂ। ਥੋੜ੍ਹੀਆਂ ਜਿਹੀਆਂ ਸਕੂਲੀ ਕਿਤਾਬਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਕਹਾਣੀਆਂ ਹੁੰਦੀਆਂ ਨੇ, ਬੜੀ ਸਿੱਖਿਆ ਵਾਲੀਆਂ ਹੁੰਦੀਆਂ ਨੇ। ਕਹਿੰਦੇ ਇੱਕ ਬੱਚਾ ਸੀ, ਉਹ ਬੱਕਰੀਆਂ ਚਾਰਨ ਵਾਸਤੇ ਜਾਇਆ ਕਰਦਾ ਸੀ ਤੇ ਬੱਕਰੀਆਂ ਚਾਰਦੇ ਚਾਰਦੇ ਦੇ ਮਨ ਦੇ ਵਿੱਚ ਸ਼ਰਾਰਤ ਆ ਗਈ, ਐਵੇਂ ਰੌਲਾ ਪਾ ਦਿੱਤਾ। ਕਹਿੰਦਾ ਜੀ ਸ਼ੇਰ ਆ ਗਿਆ, ਤੇ ਪਿੰਡ ਵਾਲੇ ਭੱਜ ਕੇ ਆਏ, ਚਲੋ ਬੱਚੇ ਨੂੰ ਬਚਾਓ, ਨਾਲੇ ਦੀਆਂ ਬੱਕਰੀਆਂ ਬਚਾਓ। ਤੇ ਆਇਆ ਕੋਈ ਵੀ ਨਾ, ਉੱਥੇ ਸ਼ੇਰ ਹੈ ਨਹੀਂ ਸੀ। ਤੇ ਬਾਅਦ ਦੇ ਵਿੱਚ ਹੱਸਣ ਲੱਗ ਗਿਆ, ਕਹਿੰਦਾ ਮੈਂ ਸਾਰੇ ਪਿੰਡ ਨੂੰ ਨਾ ਝੂਠ ਦੇ ਨਾਲ ਇਸ ਤਰ੍ਹਾਂ ਟੀਚਰ ਮਸ਼ਕਰੀ ਜੀ ਕਰ ਦਿੱਤੀ ਏ। ਕਈ ਦਿਨਾਂ ਬਾਅਦ ਉਹਨੇ ਇਸੇ ਤਰ੍ਹਾਂ ਫਿਰ ਕੀਤਾ। ਫਿਰ ਲੋਕੀ ਕਹਿਣ ਲੱਗੇ ਉਸ ਦਿਨ ਇਹਦਾ ਝੂਠ ਸੀ ਤੇ ਅੱਜ ਕਿਹੜਾ ਸੱਚ ਹੋਏਗਾ? ਹੁਣ ਅੱਧੇ ਕੁ ਆ ਗਏ ਨੇ, ਅੱਧੇ ਕੁ ਨਹੀਂ ਆਏ। ਜਦੋਂ ਤੀਜੀ ਵਾਰ ਆਈ ਤੇ ਕਹਿੰਦੇ ਤਾਂ ਹੈ ਹੀ ਇਸ ਤਰ੍ਹਾਂ ਦਾ, ਐਵੇਂ ਕਰਦਾ ਰਹਿੰਦਾ, ਆਪਾਂ ਕੀ ਜਾਣਾ। ਤੇ ਉਦੋਂ ਤੀਜੀ ਵਾਰ ਸੱਚੀ ਮੁੱਚੀ ਸ਼ੇਰ ਆ ਗਿਆ। ਹੋ ਸਕਦਾ ਹੈ ਕਹਾਣੀ ਸੱਚ ਨਾ ਹੋਵੇ, ਝੂਠ ਹੋਵੇ, ਪਰ ਇਹ ਕਹਾਣੀ ਤੋਂ ਸਾਨੂੰ ਇਹ ਮਤਲਬ ਨਿਕਲਦਾ ਵੀ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਪ੍ਰਗਟ ਪਹਾਰਾ ਦਾ ਅਰਥ ਇਹੀ ਬਣਦਾ ਹੈ ਜੋ ਮੈਂ ਆਪ ਜੀ ਨੂੰ ਕਹਾਣੀ ਸੁਣਾਈਏ ਵੀ ਜਿਹੜਾ ਮਨੁੱਖ ਨਿੰਦਕ ਆ, ਪ੍ਰਗਟ ਪਹਾਰਾ, ਪਹਾਰਾ ਦਾ ਅਰਥ ਹੁੰਦਾ ਪਰਦਾ। ਸਾਡੇ ਸਾਰਿਆਂ ਦੇ ਪਰਦੇ ਬਣੇ ਹੋਏ ਨੇ, ਪਰ ਜਿਹੜੇ ਮਨੁੱਖ ਦਾ ਪਰਦਾ ਬਣ ਗਿਆ ਨਾ, ਉਹ ਜੇ ਕਿਤੇ ਝੂਠ ਵੀ ਆਖ ਦੇਵੇ ਤੇ ਅਸੀਂ ਉਹਦੀ ਗੱਲ ਵੀ ਸੱਚ ਮੰਨ ਲੈਂਦੇ ਆ ਵੀ ਇਹ ਬੰਦਾ ਝੂਠ ਨਹੀਂ ਬੋਲਦਾ। ਹੋ ਸਕਦਾ ਉਹ ਕਦੇ ਕਦੇ ਝੂਠ ਬੋਲ ਲੈਂਦਾ ਹੋਵੇ, ਝੂਠ ਬੋਲਦਾ ਹੋਵੇ, ਪਰ ਉਹਦਾ ਪਰਦਾ ਬਣ ਗਿਆ। ਵਾਹਿਗੁਰੂ ਨੇ ਉਹਦਾ ਪਰਦਾ ਢਕਿਆ ਹੋਇਆ ਹੈ। ਇਸ ਕਰਕੇ ਸੰਗਤ ਦੇ ਵਿੱਚ ਉਹਦਾ, ਸਮਾਜ ਦੇ ਵਿੱਚ ਸਤਿਕਾਰ ਬਣਿਆ ਹੈ ਤੇ ਲੋਕੀ ਜਿਹੜੇ ਨੇ ਉਹਦੀ ਝੂਠੀ ਗੱਲ ਨੂੰ ਵੀ ਸੱਚ ਮੰਨ ਲੈਂਦੇ ਨੇ। ਹੁਣ ਜਿਹੜਾ ਨਿੰਦਕ ਹੈ ਨਾ, ਉਹਦਾ ਪਰਦਾ ਜਿਹੜਾ ਉਹ ਚੱਕਿਆ ਗਿਆ। ਉਹ ਜੇ ਸੱਚ ਵੀ ਬੋਲਦਾ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਝੂਠ ਹੀ ਬੋਲ ਰਿਹਾ ਹੈ ਜੀ। ਨਿੰਦਕ ਸੋਧ ਸਾਧ ਵਿਚਾਰਿਆ। ਸੋਧ ਸਾਧ ਦਾ ਅਰਥ ਹੁੰਦਾ ਚੰਗੀ ਤਰ੍ਹਾਂ ਨਿਚੋੜ ਕੱਢ ਲੈਣਾ। ਨਿੰਦਕ ਸੋਧ ਸਾਧ ਵਿਚਾਰਿਆ। ਭਗਤ ਜੀ ਕਹਿੰਦੇ ਨੇ ਜਿਹੜਾ ਨਿੰਦਕ ਦਾ ਇੱਥੇ ਪ੍ਰਸੰਗ ਦਿੱਤਾ ਹੈ ਨਾ, ਇਹ ਐਵੇਂ ਨਹੀਂ ਇੱਥੇ ਲਿਖਤ ਕਰ ਦਿੱਤੀ। ਇਹ ਚੰਗੀ ਤਰ੍ਹਾਂ ਅਸੀਂ ਇਹਨੂੰ ਪਹਿਲਾਂ ਨਿਚੋੜ ਕੱਢਿਆ ਏ, ਉਸ ਦਰਗਾਹ ਦਾ ਹੁਕਮ ਲਿਆ ਏ, ਕਿਉਂਕਿ ਇਹ ਧੁਰ ਕੀ ਬਾਣੀ ਏ। ਉਸ ਪ੍ਰਭੂ ਪਰਮਾਤਮਾ ਦੇ ਨਿਯਮ ਰੂਲ ਨੇ ਜਿਹੜੇ, ਉਹਨਾਂ ਨੂੰ ਅਸੀਂ ਪਹਿਲੂ ਘੋਖਿਆ ਏ। ਉਹ ਪਰਮਾਤਮਾ ਵਾਹਿਗੁਰੂ ਦੇ ਨਿਯਮਾਂ ਦੇ ਅਨੁਸਾਰ ਹੀ ਜਿਹੜੀ ਵਿਚਾਰ ਏ ਨਾ, ਉਹ ਇੱਥੇ ਦਿੱਤੀ ਏ। ਨਿੰਦਕ ਸੋਧ ਸਾਧ ਵਿਚਾਰਿਆ, ਚੰਗੀ ਤਰ੍ਹਾਂ ਨਿਚੋੜ ਕੱਢ ਕੇ ਨਿੰਦਕ ਦੀਆਂ ਜੋ ਇੱਥੇ ਵਿਚਾਰਾਂ ਨੇ ਨਾ, ਉਹ ਭਗਤ ਜੀ ਕਹਿੰਦੇ ਨੇ ਅਸੀਂ ਦਰਜ ਕਰਵਾਈਆਂ ਹਨ ਜੀ। ਰਵਿਦਾਸ ਪਾਪੀ ਨਰਕ ਸਿਧਾਰਿਆ। ਭਗਤ ਰਵਿਦਾਸ ਜੀ ਕਹਿੰਦੇ ਨੇ, ਪਾਵਨ ਦੋਵੇਂ ਸ਼ਬਦ ਹੀ ਭਗਤ ਰਵਿਦਾਸ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਹੀ ਗੋਂਡ ਰਾ ਕੇ ਜਿਹੜਾ ਇਹਦੀ ਸੰਪੂਰਨਤਾ ਹੀ ਹੋਈ ਹੈ। ਕੱਲ ਤੋਂ ਰਾਮਕਲੀ ਰਾਗ ਪ੍ਰਾਰੰਭ ਹੋਏਗਾ। ਕਹੋ ਰਵਿਦਾਸ, ਭਗਤ ਰਵਿਦਾਸ ਜੀ ਆਖ ਰਹੇ ਨੇ, ਪਾਪੀ ਨਰਕ ਸੁਧਾਰਿਆ। ਇਹ ਨਿੰਦਕ ਹੈ ਤੇ ਇਹ ਸਭ ਤੋਂ ਵੱਡਾ ਪਾਪ ਕਰ ਰਿਹਾ ਹੈ, ਗੁਨਾਹ ਕਰ ਰਿਹਾ ਹੈ। ਇਹ ਪਾਪੀ ਜਿਹੜਾ ਹੈ ਨਿੰਦਕ, ਇਹ ਅਖੀਰ ਨੂੰ ਨਰਕ ਹੀ ਜਾਏਗਾ। ਨਰਕ ਸੁਧਾਰਿਆ, ਇਹਨੇ ਨਰਕ ਦੇ ਵਿੱਚ ਜਾਣਾ ਹੈ, ਇਹਨੂੰ ਨਰਕ ਤੋਂ ਕੋਈ ਨਹੀਂ ਬਚਾ ਸਕਦਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਵਿਚਾਰਾਂ ਕਰਦਿਆਂ ਹੋਇਆਂ, ਗੁਰਬਾਣੀ ਦੀਆਂ ਗੱਲਾਂ ਖੁਲਾਸੇ ਪ੍ਰਗਟ ਕਰਦਿਆਂ ਹੋਇਆਂ, ਖੋਲ੍ਹਦਿਆਂ ਹੋਇਆਂ, ਕਈ ਵਾਰੀ ਨਾ ਕੋਈ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਜਾਂਦਾ, ਕੁਦਰਤੀ ਕਿਸੇ ਤੇ ਟੁੱਕ ਜਾਂਦਾ। ਹੁਣ ਮੈਨੂੰ ਕੀ ਪਤਾ ਕੋਈ ਪਿੰਡ 'ਚ ਇਸ ਤਰ੍ਹਾਂ ਦਾ ਹੋਵੇ ਝੂਠ ਬੋਲਣ ਵਾਲਾ, ਤੇ ਫਿਰ ਉਹਦੇ ਤੇ ਗੱਲ ਤਾਂ ਉਹਨੂੰ ਢੋਕੀ ਜਾਣੀ ਹੈ ਵੀ ਫਲਾਣਾ ਬੰਦਾ ਬੜਾ ਝੂਠ ਬੋਲਦਾ। ਤਾਂ ਅੱਜ ਬਾਬਾ ਜੀ ਨੇ ਵੀ ਕਹਿਤਾ, ਮੈਂ ਨਹੀਂ ਕਿਹਾ। ਪਹਿਲੀ ਗੱਲ ਤਾਂ ਤੁਸੀਂ ਆਹ ਖਹਿੜਾ ਛੱਡੋ, ਮੈਂ ਆਪਣੇ ਕੋਲੋਂ ਕੁਝ ਨਹੀਂ ਆਖਦਾ।
ਜੋ ਗੁਰਬਾਣੀ ਦੀ ਤੋਕ ਆਖਦੀ ਏ, ਜੋ ਗੁਰਬਾਣੀ ਸਾਨੂੰ ਦੱਸਦੀ, ਆਪਾਂ ਉਹ ਹੀ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਕਰਨ ਦਾ ਯਤਨ ਕਰਦੇ ਹਾਂ। ਉਹਦੇ ਵਿੱਚ ਵੀ ਕਈ ਥਾਵਾਂ ਤੇ ਮੈਂ ਸੰਕੋਚ ਕਰ ਜਾਂਦਾ। ਸੰਕੋਚ ਇਸ ਕਰਕੇ ਕਰ ਜਾਂਦਾ ਵੀ ਆਉਨੇ ਤਾਂ ਆਪਾਂ ਇੱਥੇ ਗੁਰੂ ਦੇ ਨਾਲ ਜੁੜਨ ਵਾਸਤੇ, ਤੇ ਕੁਦਰਤੀ ਮੇਰੀ ਜ਼ਬਾਨ ਦੇ ਵਿੱਚੋਂ ਨਿਕਲੇ ਲਫ਼ਜ਼ ਦੇ ਨਾਲ ਕੋਈ ਗੁਰੂ ਦੇ ਨਾਲੋਂ ਟੁੱਟ ਨਾ ਜਾਵੇ, ਇਹ ਇੱਕ ਗੁਨਾਹ ਹੋ ਜਾਏਗਾ। ਜਿਵੇਂ ਇੱਕ ਨਿੰਦਿਆ ਕਰਨ ਵਾਲੇ ਦੀ ਗੱਲ ਕੀਤੀ ਹੈ, ਗੁਰੂ ਮਹਾਰਾਜ ਜੀ ਨੇ ਵੀ ਇਤਨਾ ਕੁਝ ਕਰਕੇ ਵੀ ਉਹ ਜੇ ਨਿੰਦਿਆ ਕਰਦਾ ਤਾਂ ਉਹਦੇ ਪੱਲੇ ਕੁਝ ਨਹੀਂ। ਉਸ ਤਰ੍ਹਾਂ ਜੇ ਮੈਂ 100 ਜੋੜਿਆ ਨਾ ਤੇ ਇੱਕ ਨੂੰ ਤੋੜ ਦਿੱਤਾ ਤੇ ਫਿਰ ਉਹ 100 ਜੋੜੇ ਦੇ ਵਿੱਚੋਂ ਇੱਕ ਘਟਣ ਦੀ ਜਗ੍ਹਾ ਨਹੀਂ, ਇੱਕ ਟੁੱਟਣ ਦੇ ਨਾਲ ਮੈਨੂੰ ਬਹੁਤ ਵੱਡਾ ਗੁਨਾਹ ਲੱਗ ਜਾਣਾ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਆਪਣੀ ਕਥਾ ਆਪ ਹੀ ਕਰਵਾ ਲਿਆ ਕਰਨ ਤੇ ਸੰਗਤਾਂ ਦੇ ਅੰਦਰ ਸ਼ਰਧਾ ਭਾਵਨਾ ਹੋਵੇ ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨ ਦੀ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਨਿੰਦਕ ਸੋਧ ਸਾਧ